ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਹਮ मैले तुम उजल करते, हम निर्गुण तू दाता। हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, दंडौत बंदन अनेक बार। सर्व कला समरथ, डोलन ते राखो प्रभु। डोलन ते डोलन ते राखो प्रभु। नानक दे कर हथ। परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हाजूरी अंदर सतगुरु गुरु हरकृष्ण साहिब जी महाराज हजूर दे आगमन पुरब नूं आप शरदा भावना संयुगत मना रहे हो। श्रीमान भाई साहब भाई गुरदास जी अपनी बाणी च एक बचन करते ने, जेड़ा सिख अमृत वेले उठ के पार ब्रह्म परमेश्वर दी इबादत करता है, मैं उस तो कुर्बान जांदा हां। जेड़ा सिख अपने निजी अभ्यास तो बाद सत संगत विच आके गुरबाणी सुनदा है, उस तो भी मैं कुर्बान जांदा हां। एक बचन भाई साहब ने गुरपुरब के संबंध विच कहा कि जेड़ा सिख प्रेम भावना सहित
जे थोड़ा जिहा रुक जाए माया बाਅਦ ਚ ਪਾ ਲਈ। ਜਿਹੜਾ ਸਿੱਖ ਪ੍ਰੇਮ ਭਾਵਨਾ ਸਹਿਤ ਸਤਿਗੁਰੂ ਦਾ ਪੁਰਬ ਮਨਾਉਂਦਾ ਹੈ, ਮੈਂ ਉਸ ਤੋਂ ਵੀ ਕੁਰਬਾਨ ਜਾਂਦਾ ਹਾਂ। ਭਾਈ ਸਾਹਿਬ ਦੇ ਬਚਨ ਨੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਆਪ ਅੱਜ ਭਾਵਨਾ ਸਹਿਤ ਦਾਤਾਰ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ। ਅਤੀ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ ਔਰ ਭਾਈ ਸਾਹਿਬ ਜੀ ਨੇ ਗੁਰੂ ਅਰਜੁਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਉਸ ਦੀ ਟੇਕ ਅਸਥਾਈ ਸੀ ਕਿ ਮਹਾ ਮੁਗਤ ਤੇ ਕੀਆ ਗਿਆਨੀ ਗੁਰ ਪੂਰੇ ਕੀ ਅਕਥ ਕਹਾਣੀ। ਇਹ ਆਪ ਜੀ ਨੇ ਸਰਵਣ ਕੀਤਾ ਹੈ। ਆਓ ਰਾਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ, ਅੱਜ ਬੰਗਲਾ ਸਾਹਿਬ ਵਿਖੇ ਔਰ ਹੁਣ ਆਪ ਜੀ ਦੇ ਦੀਦਾਰ ਇਸ ਅਸਥਾਨ ਤੇ ਕਰਨੇ ਨੇ। ਜੋ ਦਾਸ ਪਿਛਲੇ 2 ਦੀਵਾਨਾਂ ਚ ਬੋਲਦਾ ਆ ਰਿਹਾ ਹੈ, ਉਸ ਲੜੀ ਨੂੰ ਇਸ ਜਗ੍ਹਾ ਤੇ ਬੇਨਤੀ ਕਰ ਸਕਾਂ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸ਼ੋਭਾਏਮਾਨ ਹੋ, ਕੋਈ ਵੀ ਰਸਨਾ ਦਾਤਾਰ ਦੀ ਬਖਸ਼ਿਸ਼ ਕੀਤੀ ਕੋਈ ਫਤਿਹ ਤੋਂ ਵਿਰਵੀ ਨਾ ਰੱਖੇ। ਹਾਂ, ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਬੇਨਤੀ ਕਰ ਦਿਆਂਗਾ ਕਿ ਇਸ ਸੰਬੋਧ ਕੀ ਬੋਲੇ ਨੂੰ ਆਪਣੇ ਪਰਿਵਾਰ ਵਿੱਚੋਂ ਵੀ ਨਾ ਕੱਢੀਏ। 10 ਬਾਰ ਸੀ ਇਟਲੀ, ਇੱਕ ਸੱਜਣ ਨੇ ਸਵਾਲ ਕੀਤਾ ਸੀ ਕਿ ਫਤਿਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਰੰਭ ਕੀਤੀ, ਉਸ ਤੋਂ ਪਹਿਲਾਂ ਸਿੱਖ ਨੂੰ ਜਦੋਂ ਮਿਲਦਾ ਸੀ ਤੇ ਕੀ ਬੋਲਦੇ ਸਨ? ਫਤਿਹ ਤਾਂ ਅਸੀਂ ਕਹਿੰਦੇ ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਇਹ ਬਖਸ਼ਿਸ਼ ਕੀਤੀ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਮਨ ਮੇਰੇ ਚ ਵੀ ਆਇਆ ਕਿ ਹਰ ਇੱਕ ਕੌਮ ਦਾ ਸੰਬੋਧ ਕੀ ਬੋਲਾ ਹੁੰਦਾ ਹੈ ਜੀ। ਸੰਬੋਧ ਕੀ ਬੋਲੇ ਦਾ ਮਤਲਬ ਕਿ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ, ਉਹਨਾਂ ਨੇ ਕਿਹੜੇ ਸ਼ਬਦ ਤੋਂ ਆਪਣੀ ਗੱਲਬਾਤ ਸ਼ੁਰੂ ਕਰਨੀ ਹੈ। ਤੇ ਅਕਸਰ ਜਿਹੜੇ ਆਸਥਾ ਰੱਖਣ ਵਾਲੇ ਨੇ ਰੱਬ ਤੇ ਧਰਮ, ਉਹ ਜਦੋਂ ਵੀ ਬੋਲਣਗੇ ਸੱਚ ਇਹ ਵੀ ਉਹ ਰੱਬ ਦੇ ਨਾਮ ਤੋਂ ਸੰਬੋਧਨ ਕਰਕੇ ਸ਼ੁਰੂ ਕਰਨਗੇ। ਇਸਲਾਮ ਵਿੱਚ ਵੀ, ਹਿੰਦੂ ਵੀਰ ਵੀ। ਪਰ ਸਿੱਖਾਂ 'ਚ ਪਹਿਲਾਂ ਕੀ ਸੀ? ਸਾਡੇ ਕੋਲ 2-3 ਉਦਾਹਰਨਾਂ ਨੇ ਇਤਿਹਾਸ ਵਿੱਚੋਂ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜਨਮ ਸਾਖੀਆਂ ਕਹਿੰਦੀਆਂ ਨੇ ਕਿ ਜਦੋਂ ਸਿੱਖ ਨੂੰ ਮਿਲਦਾ ਸੀ ਤੇ ਸੰਗਤ ਵਿੱਚ ਇੱਕ ਬੋਲਾ ਪ੍ਰਚਲਿਤ ਸੀ, ਭਾਈ ਸਿੱਖੋ, ਜਿਵੇਂ ਆਪਾਂ ਹੁਣ ਕਹਿੰਦੇ ਆ ਵੀ ਸਾਧ ਸੰਗਤ ਜੀ ਫਤਿਹ, ਉਹ ਬੈਠਿਆਂ ਕਹਿੰਦਾ ਸੀ ਭਾਈ ਸਿੱਖੋ ਸਤ ਕਰਤਾਰ। ਅੱਗੋਂ ਉੱਤਰ ਦਿੰਦੇ ਸਨ, ਹਾਂ ਸਿੱਖਾ ਸਤ ਕਰਤਾਰ। ਉਂਝ ਅਸੀਂ ਜਨਮ ਸਾਖੀਆਂ 'ਚ ਵੀ ਪੜ੍ਹਨੇ ਆ ਕਿ ਜਦੋਂ ਮਹਾਰਾਜ ਜਾਂਦੇ ਨੇ, ਬੇਬੇ ਨਾਨਕੀ ਕਰ ਗਏ ਤੇ ਬੂਹੇ 'ਚ ਖਲੋ ਕੇ ਕਹਿੰਦੇ ਨੇ ਸਤ ਕਰਤਾਰ। ਜਨਮ ਸਾਖੀ ਵਾਲਾ ਜਦੋਂ ਸਾਖੀ ਪੂਰੀ ਕਰਦਾ ਹੈ ਤੇ ਅਖੀਰ ਤੇ ਉਹ ਲਿਖਦਾ ਹੈ ਕਿ ਸਤ ਕਰਤਾਰ, ਉਦੋਂ ਇਹ ਸ਼ਬਦ ਸੰਬੋਧ ਕੀ ਬੋਲਾ ਬੋਲਿਆ ਜਾਂਦਾ ਸੀ। ਇੱਕ ਹੋਰ ਮੈਂ ਅਰਜ਼ ਕਰਨੀ ਹੈ ਕਿ ਉਸ ਵਕਤ ਸਿੱਖ ਦੇ ਪੈਰੀ ਵੀ ਪੈਂਦਾ ਸੀ। ਮੈਂ ਉਸ ਵਕਤ ਦੀ ਗੱਲ ਕਰ ਰਿਹਾ। ਇਹ ਬੋਲਾ ਸਾਡੇ ਤੱਕ ਕਿਵੇਂ ਆਇਆ, ਇਹਦੇ ਬਾਰੇ ਭਾਈ ਸਾਹਿਬ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਉਹ ਲਿਖਦੇ ਨੇ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਉਹਦਾ ਇੱਕ ਕਾਰਨ ਸੀ, ਮਨ ਚ ਆਏਗਾ ਵੀ ਇਹ ਤਾਂ ਫਿਰ ਮੱਥਾ ਟੇਕਣ ਵਾਲੀਆਂ ਗੱਲਾਂ ਸ਼ੁਰੂ ਹੋ ਗਈਆਂ। ਉਸ ਵਕਤ ਸਿੱਖੀ ਜਦੋਂ ਪ੍ਰਫੁੱਲਤ ਹੋ ਰਹੀ ਹੈ, ਬੰਦਿਆਂ ਨੂੰ ਇਹ ਹੰਕਾਰ ਬੜਾ ਸੀ, ਅਸੀਂ ਉੱਚੀ ਜਾਤ ਦੇ, ਇਹ ਨੀਵੀਂ ਜਾਤ ਦਾ। ਇਹੀ ਕਾਰਨ ਕਿ ਲੋਕ ਸੰਗਤ ਵਿੱਚ ਬੈਠ ਕੇ ਗੁਰਬਾਣੀ ਸੁਣ ਕੇ ਕਈ ਚਲੇ ਜਾਂਦੇ ਸਨ, ਪਰ ਪੰਗਤ ਵਿੱਚ ਬੈਠ ਕੇ ਇਕੱਠਿਆਂ ਰੋਟੀ ਖਾਣ ਨੂੰ ਤਿਆਰ ਨਹੀਂ ਸਨ। ਗੁਰੂ ਨੇ ਹੁਕਮ ਕਰ ਦਿੱਤਾ ਕਿ ਪਹਿਲਾਂ ਪੰਗਤ ਪਾਛੈ ਸੰਗਤ। ਅਸੀਂ ਸਾਰੇ ਪੜ੍ਹਨੇ ਕਿਉਂ ਕਿਹਾ? ਇਹਦਾ ਮਤਲਬ ਕਿ ਉਸ ਵਕਤ ਸਿੱਖਾਂ ਨੂੰ ਭੁੱਖ ਨਹੀਂ ਸੀ ਲੱਗਦੀ? ਨਹੀਂ, ਅਸਲ 'ਚ ਕੀ ਸੀ
कि अंदर वही कौमी खलोती सी, मेरी जात बड़ी उच्ची। पर महाराज जी ने क्या नहीं, एक दूजे दे पैरी पवन का मतलब सी अंदर दी कौमे का कंडा निकल जाए। इनू भाई साहब ने लिखे है कि राणा रंक बराबरी, गल स्पष्ट हो गई। अमीर ते गरीब दी, गरीब ते बादशाह दी बराबरी लई सतगुरु ने पैरी पवना जग वरताया। उंज बाणी च एक बचन पढ़ दिओ तुसी कि जो दिस है गुर सिखड़ा तिस निव निव लागू पाए जियो। ये उदों दे संबोध की बोले भी सन। महाराज जी ने कृपा की, धन गुरु गोबिंद सिंह जी ने। मैं तां बेनती कर लगा, ये समा मैं कोट कर अपनी कथा च समझांगा जो कुछ मैं बोलना पते तो पहला। देखो असाडे घरां च एक लफ्ज़ सत श्री अकाल चलदा है। जेड़े बहुत ज्यादा पढ़ गए आ ते रुपये की घर भरमार है, वो ते सत श्री अकाल में उत्ते खाए आ गया है। खैलो खाए ते हाथ मिलाया जाता है। इनू मजाक च भी नहीं ले जाना। ते जेड़े बोलते आ वो संबोध की बोला नहीं बोलते, वो भी जकारे का अद्धा हिस्सा ही बोलते। सत श्री अकाल साडा संबोध की बोला नहीं, सत श्री अकाल जयकारे का एक हिस्सा है। असी कई बार कहने आओ गुरु गोबिंद सिंह का दिता नारा बुलंद करिए। बिल्कुल गुरमत विच नारा शब्द है ही नहीं, जां जयकारा है ते जां गुरु बख्शी फतेह है। हुण जदों असी फतेह बुलाने हैं, देखो उस विच दो चीज़ां ने, एक सिमरन है ते दूजा समर्पण है। इसनूं ध्यान नाल बेनती सुनियो। जयकारा है उस विच भी सिमरन है ते सिमरन विचों निकली कोई जिहड़ी अवस्था है उसनूं जयकारे विच बयान कीता है। जयकारा है बोले सो निखाल। जो भी बोलेगा वो अपनी जिंदगी विच, अपने जीवन विच निहाल होवेगा। ते इत्थे वक्त नहीं मेरे को सिर्फ निहाल शब्द की कथा करनी होवे। ये निहाल शब्द केवल बातां नहीं, निहाल वो परम अवस्था है आत्मक, जिथे बंदा मानसिक तौर ते, इंद्रियावी तौर ते, दुनियावी तौर ते, पूर्ण तौर ते जिथे तृप्त हो जाता है। कोई भी फुरना अंदर मंगदा उठदा नहीं। आपां कहने फलाना बंदा निहाल हो गया है। इसे करके जपजी साहब की संपूर्णता निहाल ते 38वीं पौड़ी थी। जिनको नदर कर्म तिनकार नानक नदरी नदर निकाल। गुरु साहब की बाणी च बड़े शब्द ने जी। एक गुरु रामदास का शब्द है कि अंतर कपट चुकावो मेरे गुरसिखो। ये महाराज गुरु रामदास दियां तुकां ने। ਇਹਦਾ मतलब उस वक्त भी सिख एक दूजे नाल दगा कमांदे होणगे। बख्श दिया जे सारे नहीं। अंतर कपट चुकावो मेरे गुरसिखो, निकपट कमावो खर की हल काल। निखाल 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 3 बारी शब्द कहा। जे कपट रहत हो के घाल कमाई करोगे तो निखाल होवोगे। देखो जिहड़ी निहाल परम अवस्था है उन्होंने साडे जयकारे विच क्या भाई, जो भी बोलेगा वो अपने जीवन विच निखाल होवेगा। की बोलेगा उस विच महाराज ने फिर अगे दसिया आ बोलेगा कि सत जिन्हें सदैव रहना है। श्री श्री का अर्थ श्रोमणी, जिस तो वड्डा कोई है ही नहीं। जेड़ा बोलेगा सत नूं, जेड़ा बोलेगा सब तो वड्डे श्रोमणी नूं कौन? अकाल। जेड़ा टाइमलैस है, अकाल पुरख है। जेड़ा अकाल पुरख वैगुरु नूं अपनी जिंदगी च बोलेगा, महाराज कहने वो अपनी जिंदगी च झूरेगा नहीं, ओनू बोलन वाला एक दिन निहाल होवेगा। साडे जयकारे भी सिमरन ते निखालता है। अर्ज करा जिहड़ी फतेह है इस विच दो गल्लां ने जी। एक इहदे विच सिमरन है ते दूजा इहदे विच समर्पण है। गुरु गोबिंद सिंह ने अपना विच जिक्र नहीं किया। हालांकि अर्ज की फतेह गुरु गोबिंद सिंह जी ने बख्शी, पर अपना जिक्र नहीं किया। महाराज जी ने सिमरन करांदियां क्या वाहिगुरु ये सिमरन है, जी का खालसा ये समर्पण है कि वाहिगुरु जी का खालसा। ते अगला फिर शब्द है वाहिगुरु ये सिमरन है, जी की फतेह ये समर्पण है। गुरमुखो फतेह बुलांदे हैं ते सिमरन ते समर्पण की अवस्था बनती है। इस करके आओ मैं बेनती करांगा घरां विच भी यतन करिए, आपस विच मिलते हुए भी। ये पंथक रवायत है जी। हालांकि मैनूं पता है
ਅੱਡ ਅੱਡ ਸੰਪਰਦਾਵਾਂ ਆਪਣੇ ਆਪਣੇ ਬੋਲੇ ਰੱਖੇ ਆ ਜੀ, ਆਪਣੇ ਆਪਣੇ ਢੰਗ ਨਾਲ ਬੋਲਦੇ ਆ। ਜਿੰਨੀ ਦੇਰ ਤੱਕ ਪੰਥਕ ਤੌਰ ਤੇ ਸੋਚ ਲੈ ਕੇ ਨਹੀਂ ਤੁਰਾਂਗੇ, ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ। ਕੋਈ ਵੀ ਰਸਨਾ ਵਿਰਵੀ ਨਾ ਰਖੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਗੁਰਦੁਆਰਾ ਸੀਸਗੰਜ ਸਾਹਿਬ ਜੀ ਵਿਖੇ ਦਾਸ ਜੋ 2-3 ਕਥਾ ਵਿੱਚ ਪਿਛਾਂ ਬੋਲ ਕੇ ਆਇਆ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸੰਬੰਧ ਵਿੱਚ ਸਾਡੇ ਇਤਿਹਾਸਕ ਵਿੱਚ ਜਿੰਨੀ ਕੁ ਜਾਣਕਾਰੀ ਮਿਲਦੀ ਹੈ, ਉਸ ਵਿੱਚ 4 ਜਾਂ 5 ਸਾਖੀਆਂ ਜ਼ਿਆਦਾ ਪ੍ਰਚਲਿਤ ਨੇ। ਮਹਾਰਾਜ ਜੀ ਦੇ 3 ਸਾਲ ਦੀ ਸਮਾਂ ਬਣਦਾ ਹੈ ਜਦੋਂ ਸਤਿਗੁਰੂ ਗੁਰਤਾ ਗੱਦੀ ਉੱਪਰ ਅਸੀਨ ਨੇ, ਪਰ ਉਹਨਾਂ ਦੇ ਜੀਵਨ ਦੀ ਵਿਆਖਿਆ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚੋਂ ਸ਼ਬਦ ਵਿੱਚੋਂ ਓਟ ਆਸਰਾ ਲੈਣਾ ਪੈਂਦਾ ਹੈ। ਰਾਤ ਉੱਥੇ ਜਿੱਥੇ ਸਟੇਜ ਬਣੀ ਸੀ ਸੀਸਗੰਜ ਸਾਹਿਬ, ਉਹਦੇ ਪਿੱਛੇ ਲਿਖ ਕੇ ਲਾਇਆ ਸੀ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਅਰਥ ਬੜੇ ਸੌਖੇ ਨੇ ਜੀ, ਦੁੱਖ ਤੇ ਭੰਜਨ ਦੋਨਾਂ ਨੂੰ ਇਕੱਠਿਆਂ ਲਿਖਿਆ ਹੈ। ਭੰਜਨ ਦਾ ਲਫ਼ਜ਼ੀ ਅਰਥ ਹੈ ਤੋੜਨਾ, ਟੁਕੜੇ ਟੁਕੜੇ ਕਰਨਾ, ਖਤਮ ਕਰ ਦੇਣਾ, ਨਾਸ਼ ਕਰ ਦੇਣਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਵਾਹਿਗੁਰੂ ਜੀ ਆਪ ਜੀ ਦਾ ਨਾਮ ਜਿਹੜਾ ਦੁੱਖਾਂ ਨੂੰ ਭੰਨਣ ਵਾਲਾ ਹੈ, ਦੁੱਖਾਂ ਨੂੰ ਖੰਡਨ ਕਰਨ ਵਾਲਾ ਹੈ। ਰਾਤ ਮੇਰੇ ਮਨ ਚ ਆਇਆ, ਦੁੱਖ ਇੱਕ ਸਰਬ ਵਿਆਪਕ ਸਚਾਈ ਹੈ। ਇਹਦਾ ਕੋਈ ਸੰਬੰਧ ਬੋਲੀ ਨਾਲ, ਨਸਲ ਨਾਲ ਨਹੀਂ। ਕੇਵਲ ਜਿੱਥੇ ਵੀ ਮਾਨਵਤਾ ਹੋਵੇਗੀ, ਕਿਸੇ ਨਾ ਕਿਸੇ ਰੂਪ ਵਿੱਚ ਹਰ ਬੰਦੇ ਦੇ ਹਰ ਘਰ ਵਿੱਚ ਦੁੱਖ ਜਿਹੜਾ ਆਪਣੀਆਂ ਜੜ੍ਹਾਂ ਜਮਾ ਕੇ ਬੈਠਾ ਹੋਇਆ ਹੈ। ਪਰ ਕਿਹੜੇ ਦੁੱਖ? ਜਦੋਂ ਅਸੀਂ ਦੁੱਖਾਂ ਦਾ ਜ਼ਿਕਰ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਵਾਂ ਤੇ ਗਿਣਤੀ ਕਰਕੇ ਵੀ ਦੱਸਿਆ। ਦੇਖੋ, ਇੱਕ ਤਾਂ ਦੁੱਖ 3 ਅਸੀਂ ਕਹਿੰਦੇ, ਜਿਹਨੂੰ ਅਸੀਂ ਬਾਣੀ 'ਚ ਪੜ੍ਹਨੇ ਤੀਨੇ ਤਾਪ ਨਿਵਾਰਨ ਖਾਰਾ, ਉੱਥੇ 3 ਕਿਹਾ। ਤੀਨੇ ਤਾਪ ਨਿਵਾਰਨ ਖਾਰਾ ਦੁੱਖ ਅੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਉੱਥੇ 3 ਤਾਪ ਕਿਹਾ। ਦਾਸ ਨੇ ਇੱਕ ਦਿਨ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰੀ ਤਿੰਨਾਂ ਦੀ ਥਾਂ ਤੇ ਇੱਕੋ ਲਫ਼ਜ਼ ਵਰਤਿਆ ਗਿਆ, ਉਪਾਦ। ਉਂਝ 3 ਤਾਪ ਨੇ, ਆਦ, ਵਿਆਦ ਤੇ ਉਪਾਦ। ਜਦੋਂ ਅਸੀਂ ਦੁੱਖ ਦੇਖਾਂਗੇ, ਇੱਕ ਮਾਨਸਿਕ ਦੁੱਖ ਹੈ, ਦੂਸਰਾ ਸਰੀਰਕ ਦੁੱਖ ਹੈ, ਤੀਸਰਾ ਪਿਆਰਿਓ ਨਾ ਮਨ ਨੂੰ ਪਤਾ ਹੁੰਦਾ ਹੈ ਨਾ ਸਰੀਰ ਨੂੰ ਪਤਾ ਹੁੰਦਾ ਹੈ। ਉਤੋਂ ਆਫਤਾਂ ਦੇ ਦੋ ਕਿਤੇ ਡਿੱਗਦੀਆਂ ਨੇ, ਬੰਦੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਕੱਲ ਸ਼ਾਮ ਤੱਕ ਮੇਰੇ ਘਰ ਵਿੱਚ ਭਾਣਾ ਕੀ ਵਾਪਰ ਜਾਣਾ। ਉਸ ਦੁੱਖ ਦਾ ਪਤਾ ਨਹੀਂ। ਮੈਂ ਅਰਜ਼ ਕਰਾਂ, ਸਰੀਰਕ ਦੁੱਖ ਹੈ, ਮਾਨਸਿਕ ਦੁੱਖ ਹੈ। ਤੀਸਰੀ ਅਰਜ਼ ਸੀ ਕਿ ਉਹ ਦੁੱਖ ਜਿਹੜੇ ਸਾਨੂੰ ਪਤਾ ਹੀ ਨਹੀਂ। ਪਤਾ ਨਹੀਂ ਦਾ ਮਤਲਬ, ਮੰਨ ਲਓ ਚੰਗਾ ਭਲਾ ਬੰਦਾ ਜਾ ਰਿਹਾ ਹੈ, ਜੇ ਕਿਤੇ ਐਕਸੀਡੈਂਟ ਹੋ ਜਾਏ ਰਾਤ ਦੀ, ਸਾਰਾ ਸ਼ਾਮ ਨੂੰ ਘਰ ਦਾ ਮਾਹੌਲ ਬਦਲ ਜਾਂਦਾ ਹੈ। ਕਿਤੇ ਬਿਜਲੀ ਡਿੱਗ ਪਏ, ਕੁਦਰਤੀ ਆਫਤਾਂ ਆਏ ਹੋਏ ਦੁੱਖ, ਮਹਾਰਾਜ ਜੀ ਨੇ ਇਹਦਾ ਜ਼ਿਕਰ ਵੀ ਬਾਣੀ 'ਚ ਕੀਤਾ। ਪਰ ਅੱਜ ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜ਼ਿਆਦਾ ਜ਼ੋਰ ਇਹੀ ਦਿੱਤਾ ਜਾਂਦਾ ਹੈ, ਮੈਂ ਵੀ ਸਵੇਰੇ ਅਰਜ਼ ਕਰਕੇ ਆਇਆ ਕਿ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਤੇ ਚੇਤੇ ਕੀਤਿਆਂ ਹੀ ਦੁੱਖ ਕੱਟੇ ਜਾਂਦੇ ਆ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਓ ਦੁੱਖ ਕਿਹੜੇ? ਰਾਤ ਮੈਂ ਅਰਜ਼ ਕੀਤੀ ਸੀ ਜੀ, ਉਹ 4 ਦੁੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ। ਉਂਝ ਵੈਸੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਇੱਕ ਸ਼ਬਦ ਵਿੱਚ ਪਾ ਦਿੱਤਾ ਨਾ, ਸਭ, ਬੜੇ ਕਮਾਲ ਦਾ ਸ਼ਬਦ ਪਾਇਆ। ਜਿੱਥੇ ਸਭ ਕਿਹਾ ਉੱਥੇ 3-4 ਦੀ ਗਿਣਤੀ ਨਹੀਂ ਰਹਿਣੀ। ਇਹਦਾ ਮਤਲਬ ਹੈ ਕਿਸੇ ਵੀ ਪ੍ਰਕਾਰ ਦਾ ਦੁੱਖ ਹੈ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕੋਈ ਚੇਤੇ ਕਰਦਾ ਹੈ। ਜਿਨ੍ਹਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕੀਤੇ, ਉਹਨਾਂ ਦੇ ਦੁੱਖ ਕੱਟੇ ਗਏ। ਰਾਤ ਅਰਜ਼ ਮੈਂ ਕੀਤੀ ਸੀ ਸੰਖੇਪ ਜੀ ਕਿ 4 ਤਰ੍ਹਾਂ ਦੇ ਦੁੱਖ ਨੇ ਜਿਹੜੇ ਸਮੁੱਚੀ ਮਾਨਵਤਾ ਨੂੰ ਆਪਣੇ ਵਿੱਚ ਗ੍ਰਸੀ ਬੈਠੇ ਨੇ। ਪਹਿਲਾ ਦੁੱਖ ਕਿਸੇ ਟਾਵੇਂ ਨੂੰ ਮਹਿਸੂਸ ਹੁੰਦਾ ਹੈ, ਨਹੀਂ ਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ, ਇੱਕ ਬੜਾ ਵੱਡਾ ਦੁੱਖ ਹੈ। ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਦੁੱਖਾਂ ਦੀ ਗਿਣਤੀ ਕੀਤੀ ਤੇ ਪਹਿਲਾ ਦੁੱਖ ਉਹਨਾਂ ਨੇ ਨਾਮ ਤੋਂ, ਬਾਣੀ ਤੋਂ, ਸਿਮਰਨ ਤੋਂ, ਪਰਮਾਤਮਾ ਤੋਂ, ਗੁਰੂ ਤੋਂ ਜਿਸ ਬੰਦੇ ਦਾ ਅੰਦਰ ਟੁੱਟ ਜਾਏ, ਸਭ ਤੋਂ ਵੱਡਾ ਦੁੱਖ ਗੁਰਦੇਵ ਨੇ ਵਿਛੋੜੇ ਨੂੰ ਕਿਹਾ ਹੈ। ਬਾਣੀ 'ਚ ਬਚਨ ਹੁੰਦਾ ਹੈ, ਦੁੱਖ ਵਿਛੋੜਾ ਸਭ ਤੋਂ ਪਹਿਲਾ ਦੁੱਖ ਇਹ ਵੇ ਕਿ ਪਰਮਾਤਮਾ ਦਾ ਵਿਛੋੜਾ। ਇੱਕ ਦੁੱਖ ਭੂਖ,
ਦੂਜਾ ਦੁੱਖ ਹੈ ਸਾਡੇ ਮਨ ਵਿੱਚ ਜਿਹੜੀ ਭੁੱਖ ਹੈ। ਭੁੱਖ ਦਾ ਅਰਥ ਗਰਾਤ ਕੀਤਾ ਸੀ ਕੱਲਾ ਢਿੱਡ ਨਹੀਂ, ਉਹ ਢਿੱਡ ਦੀ ਭੁੱਖ ਤਾਂ 2 ਫੁਲਕਿਆਂ ਨਾਲ ਵੀ ਪੂਰੀ ਹੋ ਜਾਂਦੀ ਏ। ਮਨ ਦੀ ਭੁੱਖ ਤਾਂ ਸਾਰੀ ਸ੍ਰਿਸ਼ਟੀ ਦਾ ਰਾਜ ਲੈ ਕੇ ਵੀ ਕਦੀ ਨਹੀਂ ਪੂਰੀ ਹੁੰਦੀ। ਮਨ ਤਾਂ ਉਸ ਬਾਲਟੀ ਦੀ ਤਰ੍ਹਾਂ, ਜੀ ਮੈਂ ਕਈ ਵਾਰੀ ਕਹਿਣਾ ਕਿ ਜਿਸ ਬਾਲਟੀ ਦਾ ਤਲਾ ਕੋਈ ਨਹੀਂ, ਥੱਲਾ ਕੋਈ ਨਹੀਂ, ਪਰ ਉੱਪਰੋਂ ਲੱਜ ਨਾਲ ਰੱਸੀ ਨਾਲ ਬੰਨੇ ਤੇ ਖੂਹ ਵਿੱਚ ਵਾਰ-ਵਾਰ ਬੰਦਾ ਸੱਟ ਕੇ ਭਰਨਾ ਚਾਹੁੰਦਾ ਹੈ। ਜਿਸ ਬਾਲਟੀ ਦਾ ਤਲਾ ਕੋਈ ਨਹੀਂ, ਸਾਰੀ ਜ਼ਿੰਦਗੀ ਖੂਹ ਵਿੱਚ ਲਮਕਾਈ ਰੱਖਿਓ, ਕਦੀ ਉਹ ਬਾਲਟੀ ਭਰਨੀ ਨਹੀਂ। ਜਿਸ ਮਨ ਵਿੱਚ ਸਬਰ ਦਾ ਤਲਾ ਕੋਈ ਨਹੀਂ, ਕਰੋੜਾਂ ਬ੍ਰਹਿਮੰਡਾਂ ਦਾ ਰਾਜ ਲੈ ਕੇ ਵੀ ਬੰਦੇ ਨੇ ਰਚਨਾ ਨਹੀਂ। ਇੱਕ ਬੜਾ ਵੱਡਾ ਦੁੱਖ ਹੈ ਜੀ ਅੰਦਰ ਦੀ ਭੁੱਖ। ਉਹ ਕੱਲਾ ਦੌਲਤ ਨਹੀਂ, ਉਹ ਇੰਦਰੀਆਂ ਦਾ ਵਿਖ ਹੈ। ਮੈਂ ਅਰਜ਼ ਕੀਤੀ ਸੀ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੀਸਰਾ ਦੁੱਖ ਹੈ ਮੌਤ ਦਾ, ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ, ਦਾਰੂ ਰਾਏ ਮਾਰੇ ਨੇ ਇਹਨੂੰ ਦੁੱਖ ਕਿਹਾ। ਇਸ ਤੋਂ ਅਗਲੀ ਅੱਜ ਨਾ ਸੁਬਾ ਜੀ ਅੰਮ੍ਰਿਤ ਵੇਲੇ ਜਿਹੜਾ ਲੜੀਵਾਰ ਕਥਾ ਸੀ, ਚਲੋ ਆਪ ਸੰਗਤ ਕੁਝ ਉੱਥੋਂ ਹੀ ਆਇਓ ਸੁਣ ਆਈ ਸੀ ਕਿ ਸਾਚ ਪਦਾਰਥ ਗੁਰਮੁਖ ਲੋ ਸ਼ਬਦ ਸੀ। ਉੱਥੇ ਮੈਂ ਇੱਕ ਅਰਜ਼ ਕਰਕੇ ਆਇਆ ਕਿ ਅਸੀਂ ਜਿਹੜਾ ਡਿੱਠੇ ਸ਼ਬਦ ਦੀ ਗੱਲ ਕਰਨੇ ਆ, ਇਹ ਕੇਵਲ ਗੁਰੂ ਹਰਕ੍ਰਿਸ਼ਨ ਸਾਹਿਬ ਹੀ ਨਹੀਂ, ਇਹਨਾਂ ਲਈ ਤਾਂ ਵਿਸ਼ੇਸ਼ ਲਿਖਿਆ। ਅਸਲ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਦੇਵ ਜੀ ਤੱਕ ਹਰ ਪਾਤਸ਼ਾਹੀ ਬਾਣੀ ਵਿੱਚੋਂ ਪ੍ਰਮਾਣ ਮਿਲਦੇ ਨੇ। ਜਿਹੜਾ ਗੁਰੂ ਨੂੰ ਵੇਖੇਗਾ, ਜਿਹੜਾ ਗੁਰੂ ਨੂੰ ਸੁਣੇਗਾ, ਜਿਸ ਉੱਪਰ ਗੁਰੂ ਦੀ ਅੰਮ੍ਰਿਤ ਦ੍ਰਿਸ਼ਟ ਪੈ ਜਾਏਗੀ, ਉਹਦੇ ਦੁੱਖ ਕੱਟੇ ਜਾਣਗੇ। ਉਹ ਸੁਬਾ ਸੀ ਬਾਣੀ ਚੋਂ ਪ੍ਰਮਾਣ ਲੈ। ਮੈਂ ਅਗਲੀ ਜਿਹੜੀ ਆਪ ਜੀ ਨੂੰ ਹੁਣ ਬੇਨਤੀ ਕਰਨੀ ਚਾਹਨਾ ਇਸ ਦੀਵਾਨ ਅੰਦਰ, ਇੱਕ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ ਹੈ, ਇਹਨੂੰ ਪਤਾ ਨਹੀਂ ਕੀਰਤਪੁਰ ਸਾਹਿਬ ਤੋਂ ਲੈ ਕੇ ਦਿੱਲੀ ਆਉਣ ਤੱਕ ਲੋਕਾਂ ਨੂੰ ਇਹ ਹੀ ਭਰਮ ਰਹਿ ਗਿਆ ਇਹ ਤਾਂ ਛੋਟਾ ਜਿਹਾ ਬੱਚਾ ਹੈ। ਬਸ ਇਸ ਬੇਨਤੀ ਨੂੰ ਜ਼ਰੂਰ ਸੁਣਿਓ। ਤੇ ਅਗਲਾ ਜਿਹੜਾ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ, ਸਮਾਪਤੀ ਆਪਾਂ ਉਹਦੇ ਤੇ ਕਰਾਂਗੇ। ਮਹਾਂ ਮੁਗਤ ਤੇ ਕੀਆ ਗਿਆਨੀ। ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪਣੇ ਇਸ਼ਟ ਦੇ ਪ੍ਰਤੀ ਬੰਦੇ ਦੀ ਭਾਵਨਾ, ਉਹਦੀ ਆਸਥਾ, ਉਹਦੀ ਸ਼ਰਧਾ, ਉਹਦਾ ਯਕੀਨ। ਹਾਲਾਂਕਿ ਸਾਡੀ ਜਿਹੜੀ ਅਰਦਾਸ ਹੈ ਉਸ ਵਿੱਚ ਜਿਹੜੇ ਦਾਨ ਮੰਗੇ ਗਏ ਆ, ਇਹਨੂੰ ਸੁਣਿਓ ਜਿਹੜੀ ਮੈਂ ਬੇਨਤੀ ਕਰ ਲਗਾ। ਕਿਉਂ ਅੱਜ ਬੰਗਲਾ ਸਾਹਿਬ ਵੀ ਅਰਜ਼ ਕੀਤੀ, ਜੈ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਕੇ ਦਿੱਲੀ ਦੀ ਸੰਗਤ ਵੱਲੋਂ ਦਿੱਲੀ ਬੁਲਾ ਰਿਹਾ ਹੈ, ਤੇ ਜਿਹਦੇ ਘਰ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਾਣਾ ਉਹ ਰਾਣੀ ਸ਼ੱਕ ਕਰਕੇ ਬੈਠ ਗਈ ਗੁਰੂ ਹੈ ਵੀ ਇਹ ਕਿ ਨਹੀਂ। ਜਿਹਦੇ ਘਰ 'ਚ ਜਾਣਾ ਹੋਵੇ ਜੋ ਹੀ ਸ਼ੱਕ ਕਰ ਲੈਤਾ। ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਲੱਗਾ, ਜਦੋਂ ਅਸੀਂ ਅਰਦਾਸ ਕਰਨੇ ਆ, ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਖਲੋ ਕੇ ਸਿੱਖਾਂ ਲਈ ਦਾਨ ਮੰਗਨੇ। ਉਹ ਜਿਹੜੇ ਦਾਨ ਮੰਗੇ ਜਾਂਦੇ ਆ ਉਸ ਵਿੱਚ 2 ਦਾਨ ਸਾਡੇ ਵਿਸ਼ਵਾਸ ਨਾਲ ਜੁੜੇ ਆ, ਸਾਡੇ ਫੇਥ ਨਾਲ ਜੁੜੇ ਆ। ਇਹਦਾ ਮਤਲਬ ਕਿ ਵਿਸ਼ਵਾਸ, ਫੇਥ, ਭਰੋਸਾ, ਯਕੀਨ, ਆਸਥਾ, ਜੇ ਉਹਦੀ ਕਿਰਪਾ ਨਾ ਹੋਵੇ ਤੇ ਗੁਰੂ ਪ੍ਰਤੀ ਵਿਸ਼ਵਾਸ ਵੀ ਨਹੀਂ ਬਣਦਾ। ਜਿਹਦੇ ਅੰਦਰ ਵਿਸ਼ਵਾਸ ਬਣ ਜਾਏ ਉਹਨੂੰ ਕਦੀ ਕੋਈ ਡੁਲਾ ਵੀ ਨਹੀਂ ਸਕਦਾ। ਆਪ ਜਦੋਂ ਦਾਨ ਦੀ ਗਿਣਤੀ ਕਰਦੇ ਹੋ, ਇੱਕ ਬਚਨ ਹੈ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ। ਵੇਖੋ ਸਿੱਖੀ ਦਾਨ ਦੀ ਸ਼ੁਰੂਆਤ ਕਿੱਥੋਂ ਕੀਤੀ। ਹਾਲਾਂ ਸਿੱਖੀ ਦਾਨ ਦਾ ਸ਼ਬਦ ਬਹੁਤ ਵੱਡਾ ਹੈ ਜੀ, ਸਿੱਖੀ ਕਿਉਂ ਇੱਕ ਸ਼ਬਦ ਨਾਲ ਥੋੜਾ ਕਹੀ ਜਾਣੀ। ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਵਿੱਚ ਪਹਿਲਾ ਦਾਨ ਕੇਸ਼ ਦਾਨ। ਮਾਲਕ ਕਿਰਪਾ ਕਰ, ਕੇਸ਼ਾਂ ਦੀ ਦਾਤ ਬਖਸ਼। ਜੇ ਕੇਸ਼ ਬਖਸ਼ੇ ਨੇ ਤੇ ਕਿਰਪਾ ਕਰੀ ਜਾਂ ਜ਼ਿੰਦਗੀ ਵੀ, ਜੀਵਨ ਵੀ ਸਿੱਖੀ ਵਾਲਾ ਦੇਈ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ। ਅਗਲਾ ਦਾਨ ਹੈ ਰਹਿਤ ਦਾਨ। ਕੱਲੇ ਕੇਸ਼ ਨਾ ਹੁਣ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਰਹਿਤ ਦੇ ਧਾਰਨਿਕ ਹੋ ਸਕੀਏ। ਕੇਸ਼ ਦਾਨ, ਰਹਿਤ ਦਾਨ। ਜਦੋਂ ਇਸ ਤੋਂ ਬਾਅਦ ਪੜ੍ਹਨੇ ਆ ਤੇ ਉਸ ਵਿੱਚ ਅਸੀਂ ਇੱਕ ਦਾਨ ਬਵੇਕ ਦਾਨ ਮੰਗਦੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਬਵੇਕ ਦਾਨ। ਉਸ ਤੋਂ ਅਗਲੇ 2 ਦਾਨਾਂ ਵੱਲ ਧਿਆਨ ਦਿਆ ਜੇ। ਬਸ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਆ ਹੀ ਮੰਗ ਕੇ ਜਾਈਏ ਜੋ ਭਾਈ ਸਾਹਿਬ ਵੀ ਕਹਿ ਕੇ ਗਏ। ਉਹ ਹੈ ਵਿਸਾਹ ਦਾਨ, ਭਰੋਸਾ ਦਾਨ। 2 ਸ਼ਬਦ ਮੈਂ ਤੁਸੀਂ ਰੋਜ਼ ਕਹਿੰਦੇ ਆ ਕਿ ਹੇ ਸਤਿਗੁਰੂ ਕਿਰਪਾ ਕਰੀ, ਆਪਣੇ ਸਿੱਖਾਂ ਨੂੰ ਜਿੱਥੇ ਰਹਿਤ ਦਿੱਤੀ ਜਾਂ ਕੇਸ ਦਿੱਤੇ ਨਹੀਂ, ਵਿਵੇਕਤਾ ਦਿੱਤੀ ਏ, ਇੱਕ ਬਖਸ਼ਿਸ਼ ਕਰੀ ਸਿੱਖਾਂ ਦੇ ਅੰਦਰ ਨੂੰ ਵਿਸ਼ਾ ਦਾਨ,
ਤੇ ਭਰੋਸਾ ਦਾਨ ਦੇ ਦੇਈ। ਮਨ ਚ ਆਵੇਗਾ ਕਿ ਇਹ ਦੋਨੋਂ ਪਰਿਆਵਾਚੀ ਸ਼ਬਦ ਨੇ। ਜੇ ਹਿੰਦੀ ਚ ਆਪਾਂ ਕਹੀਏ ਵਿਸਾਹ ਤੇ ਭਰੋਸਾ ਦੋਨੋਂ ਇੱਕੋ ਨੇ, ਨਹੀਂ, ਫਰਕ ਹੈ। ਅਰਥ ਕਰਦਿਆਂ ਭਾਵੇਂ ਕਹਿ ਦਿਆਂਗੇ ਵਿਸਾਹ, ਨਹੀਂ, ਇੱਥੇ ਵਿਸਾਹ ਦਾਨ ਤੇ ਭਰੋਸਾ ਦਾਨ, ਇਹਦਾ ਮਤਲਬ ਇਹ ਹੈ ਕਿ ਮੇਰੇ ਅੰਦਰ, ਮੇਰੇ ਮਨ ਨੂੰ ਉਹ ਅਵਸਥਾ ਬਖਸ਼ ਕਿ ਪ੍ਰਮਾਤਮਾ ਮੇਰੇ ਅੰਦਰ ਵਿਸ਼ਵਾਸ ਪੈਦਾ ਹੋ ਜਾਏ ਕਿ ਮੇਰਾ ਸਤਿਗੁਰੂ ਸਮਰੱਥ ਹੈ, ਮੇਰਾ ਪ੍ਰਮਾਤਮਾ ਸਮਰੱਥ ਹੈ। ਇਹਦਾ ਮਤਲਬ ਉਹ ਹੈ। ਤੇ ਦੂਸਰੀ ਗੱਲ, ਭਰੋਸਾ ਦਾ ਅਰਥ ਕੀ? ਹੁਣ ਆਪਾਂ ਬੈਠੇ ਹਾਂ, ਸੁਣਿਓ ਇਸ ਗੱਲ ਨੂੰ। ਹੈ ਸ਼ਬਦ ਜਿਹੜਾ ਹੈ, ਮੈਨੂੰ ਵੀ ਪਤਾ ਹੈ, ਤੁਸੀਂ ਜਿੰਨੇ ਬੈਠੇ ਹੋ, ਆਪਾਂ ਨੂੰ ਪਤਾ ਹੈ ਸਾਡੇ ਪਰਿਵਾਰ ਦੇ ਹੋਰ ਵੀ ਜੀ ਕਹਿਣ, ਪਰ ਇੱਥੇ ਨਹੀਂ ਹੋਣਾ ਤੇ ਹਾਜ਼ਰ ਹੋਣਾ, ਦੋਨਾਂ 'ਚ ਫਰਕ ਹੈ। ਬਾਕੀ ਸਾਡੇ ਮਿੱਤਰ ਸੱਜਣ ਹਨ, ਪਰ ਸਾਡੇ ਨਾਲ ਨਹੀਂ। ਵਿਸਾਹ ਦਾਨ ਦਾ ਅਰਥ ਹੈ ਕਿ ਜਿਵੇਂ ਮੈਂ ਪਰਿਵਾਰ ਦੀ ਹੋਂਦ ਨੂੰ ਸਵੀਕਾਰਨਾ ਕਿ ਮੇਰਾ ਪਰਿਵਾਰ ਹੈ, ਤੂੰ ਤਰਸ ਕਰ, ਮੇਰੇ ਅੰਦਰ ਇਹ ਹੈ ਦੀ ਬਿਰਤੀ ਹੋ ਜਾਏ। ਤੇ ਭਰੋਸਾ ਦਾਨ ਦਾ ਅਰਥ ਹੈ ਕੱਲਾ ਹੈ ਨਹੀਂ, ਤੂੰ ਮੇਰੇ ਅੰਗ ਸੰਗ ਹੈ। ਸੁਣੋ ਇਸ ਬੇਨਤੀ ਨੂੰ। ਵਿਸਾਹ ਤੇ ਭਰੋਸਾ ਦੋਨੋਂ ਬਾਣੀ 'ਚ ਮਿਲਦੇ ਆ। ਇੱਕ ਜਦੋਂ ਸਵੇਰੇ ਮੰਗਲ ਹੁੰਦਾ ਹੈ ਨਾ ਜੀ, ਦਰਬਾਰ ਸਾਹਿਬ ਇਹ ਸਾਰੀ ਸੰਗਤ ਇਕੱਠੀ ਪੜ੍ਹਦੀ ਕਿ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਅਗਲੀ ਤੋਕੀ ਹੈ, ਜਿਸ ਪਾਸ ਬੈਠਿਆਂ ਸੋਈ ਹੈ, ਤੇ ਨਾਲ ਮਹਾਰਾਜ ਕਹਿੰਦੇ ਆ ਸਭਨਾਂ ਦਾ ਵਿਸਾਹ। ਆ ਬੜੀ ਵੱਡੀ ਗੱਲ ਹੈ ਜੀ, ਵਿਸਾਹ ਦਾਨ ਹੋਣਾ। ਉਸ ਤੋਂ ਬਾਅਦ ਹੈ ਭਰੋਸਾ। ਭਰੋਸੇ ਦਾਨ ਬਾਰੇ ਮਹਾਰਾਜ ਦਾ ਇੱਕ ਬਚਨ ਹੈ ਕਿ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ। ਮੈਂ ਬੇਨਤੀ ਕਰਾਂਗਾ, ਵਿਸਾਹ ਕੇ ਮੇਰਾ ਗੁਰੂ ਸਮਰੱਥ ਹੈ, ਤੇ ਭਰੋਸਾ ਦਾਨ ਦਾ ਅਰਥ ਹੈ ਇਕੱਲਾ ਸਮਰੱਥ ਨਹੀਂ, ਮੈਂ ਜਿੱਥੇ ਜਾਣਾ ਵਾਂ ਮੇਰਾ ਸਤਿਗੁਰੂ ਮੇਰੇ ਅੰਗ ਸੰਗ ਹੈ। ਦੋ ਸ਼ਬਦ ਅਸੀਂ ਚੁਣੇ ਗਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਤੇ ਉੱਤੇ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋਏ ਤੇ ਦਿੱਲੀ ਤੱਕ ਦਾ ਉਹਨਾਂ ਦਾ ਸਫ਼ਰ ਹੈ। ਸਵੇਰੇ ਵੀ ਮੈਂ ਅਰਜ਼ ਕੀਤੀ ਜੀ, 5 ਸਾਲ ਦੀ ਉਮਰ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਅਸੀਨ ਹੋਏ। ਮਹਾਰਾਜ ਤਕਰੀਬਨ, ਸਾਡਾ ਇਤਿਹਾਸ ਕਹਿੰਦਾ ਹੈ, ਮੈਂ ਉਮਰ ਤਾਂ ਪੱਕੇ ਅੰਕੜੇ ਤੇ ਨਹੀਂ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਤਕਰੀਬਨ 2.5 ਸਾਲ ਦੀ ਉਮਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ ਸਨ। ਮਹਾਰਾਜ ਸਾਡੇ ਇਤਿਹਾਸ 'ਚ ਘਟਨਾ ਹੈ। ਮੈਂ ਤਾਂ ਤੁਹਾਨੂੰ ਥੋੜਾ ਜਿਹਾ ਸਾਰਾ ਪਹਿਲਾਂ ਦੇ ਚੱਲਿਆ ਕਿ ਵਿਸਾਹ ਤੇ ਭਰੋਸੇ 'ਚ ਤਰਕ ਦੀ ਕੋਈ ਥਾਂ ਨਹੀਂ। ਤੇ ਜਿਵੇਂ ਗੁੰਗੇ ਦੀ ਗੱਲ ਚੱਲਣੀ ਹੈ, ਜਾਂ ਇਹ ਸਾਖੀਆਂ ਸਾਰਾ ਦਿਨ ਅੱਜ ਚੱਲਣਗੀਆਂ ਨਾ, ਕਿਉਂਕਿ ਇਤਿਹਾਸ ਸਾਡੇ ਕੋਲੋਂ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦਾ ਸ਼ਬਦ ਭਾਈ ਸਾਹਿਬ ਨੇ ਗਾਇਆ, ਪਰ ਅਸੀਂ ਹਜ਼ੂਰ ਦੇ ਉਸ ਸ਼ਬਦ ਦੀ ਛਾਂ ਥੱਲੇ ਮੈਂ ਬੇਨਤੀ ਕਰ ਲੱਗਾ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਦੇ ਕੋਲ ਬਾਣੀ ਦਾ ਅਭਿਆਸ ਕਿੰਨਾ, ਇਤਿਹਾਸ 'ਚ ਘਟਨਾ ਹੁੰਦੀ ਹੈ। ਇੱਥੇ ਵਿਦਵਾਨ ਥੋੜਾ ਜਿਹਾ ਗੱਲ ਕਮਾ ਕੇ ਕਰ ਗਏ। ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰੀ 'ਚ ਲਿਖਦਾ ਹੈ ਕਿ ਸਿੱਖਾਂ ਦੇ ਮਨ ਸੀ ਵੀ ਗੁਰਗੱਦੀ ਗੁਰੂ ਪੁੱਤਰਾਂ ਨੂੰ ਹੀ ਮਿਲਣੀ ਹੈ। ਗੁਰੂ ਹਰ ਰਾਏ ਸਾਹਿਬ ਦੇ 2 ਬੇਟੇ ਬਾਬਾ ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਦੋਂ ਪੁੱਛਿਆ ਮਹਾਰਾਜ ਕਿ ਆਉਣ ਵਾਲੇ ਸਮੇਂ 'ਚ ਗੁਰਗੱਦੀ ਕਿਸ ਕੋਲ, ਤੇ ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਇੱਕ ਸੂਈ ਦਿੱਤੀ। ਕਈ ਸ਼ਬਦ ਖੰਦੂਈ ਵਰਤਦੇ ਆ, ਸ਼ਾਇਦ ਖੰਦੂਈ ਸ਼ਬਦ ਬਜ਼ੁਰਗਾਂ ਨੂੰ ਪਤਾ ਹੋਣਾ। ਇੱਕ ਸੂਈ ਹੁੰਦੀ ਸੀ, ਇੱਕ ਖੰਦੂਈ ਸ਼ਬਦ ਵਰਤਦੇ ਸਨ, ਜਿਹਦੇ ਨਾਲ ਬਿਸਤਰੇ ਜਿਹੜੇ ਸਨ ਉਹਨਾਂ ਨੂੰ ਕਰਦੇ ਸਨ, ਜੋੜਿਆ ਜਾਂਦਾ ਸੀ ਜਾਂ ਸੀਤਾ ਜਾਂਦਾ ਸੀ। ਉਹਨਾਂ ਕਿਹਾ ਵੀ ਦੋਨੋਂ ਪਾਠ ਕਰ ਰਹੇ ਨੇ, ਤੇ ਜਿਸ ਪੀੜੇ ਸਾਹਿਬ ਤੇ ਗੁਰੂ ਸਾਹਿਬ ਦੀ ਪੋਥੀ ਹੈ, ਉਸ ਦੀ ਲੱਕੜ ਨੂੰ ਸੁਹਾ ਕੇ ਦੇਖਿਓ। ਕਈ ਸੱਜਣ ਇਹਨੂੰ ਨਹੀਂ ਸੁਣਾਉਂਦੇ, ਉਹ ਕਹਿੰਦੇ ਨੇ ਵੀ ਉਹ ਗਿਆ, ਬਾਬਾ ਰਾਮ ਰਾਏ ਜੀ ਵੀ ਪਾਠ ਕਰ ਰਹੇ ਸਨ, ਯਤਨ ਕੀਤਾ ਪਰ ਲੱਕੜ ਦੇ ਪਾਵੇ ਵਿੱਚ ਉਹ ਪ੍ਰਵੇਸ਼ ਨਹੀਂ ਕੀਤੀ ਸੂਈ ਖੰਦੂਈ। ਪਰ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਕਰ ਰਹੇ ਸਨ, ਡਾਕਟਰ ਤਾਰਨ ਸਿੰਘ ਲਿਖਦਾ ਹੈ, ਮੈਂ ਕਹਿੰਦਾ ਨਮਸਕਾਰ ਉਸ ਵਿਦਵਾਨ ਨੂੰ, ਨੇ ਤਰਕ ਨਹੀਂ ਕੀਤਾ, ਸ਼ੱਕ ਨਹੀਂ ਕੀਤਾ। ਕਹਿੰਦਾ ਭਾਈ ਸਿੱਖੋ, ਇਹ ਕੱਲਾ ਬਾਹਰ ਦਾ ਪ੍ਰਤੀਕ ਹੀ ਨਹੀਂ, ਅਸਲ 'ਚ ਉੱਥੇ ਲੱਕੜ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬੋਲਾਂ ਨੂੰ ਸੁਣ ਕੇ ਕਠੋਰਤਾ ਤੋਂ ਮੋਮ ਦਾ ਰੂਪ ਜਿਵੇਂ ਧਾਰਨ ਕਰ ਗਈ, ਉਸ ਵਿੱਚ ਉਹ ਪ੍ਰਵੇਸ਼ ਕਰਦੀ ਹੈ ਸੂਈ। ਅਰਜ਼ ਜਿਹੜੀ ਮੈਂ ਆਪ ਜੀ ਨੂੰ ਹੁਣ ਕਰਨੀ ਹੈ
कि विश्वास भरोसा सब तो वड्डी चीज है। जिन्नी देर तक मन इस गल नूं स्वीकारदा नहीं कि मेरा गुरु सब कुछ करन दे समर्थ है, उन्नी देर तक रस नहीं जे बनना। बाणी ने दोनों पक्ष रखे आ। असी सुखमनी साहिब का पाठ करने आ, महाराज जी का एक बचन आउंदा है, जाकै मन गुर की प्रतीत तिस जन आवे हर प्रभ चीत। महाराज कहते जाकै हृदय विश्वास परवाया तत् ज्ञान तिस मन प्रगटाया। जिदे अंदर भरोसा विश्वास बन जाए। हुण विश्वास वास्ते एक पक्ष बाणी च यह भी है कि मन साखी सुनता है, शब्द बाणी सुनता है, यह भरोसा थोड़ा जिहा जागदा नहीं जी आ वाकई सच है। कुछ समय बाद फिर मन एडा अवैड़ा दुलत्तियां मारदा, कहंदा ये हो सकता है जी, ये हो ही नहीं सकता। क्योंकि जदों कोई टक्कर जाता फिर अशरदक फिर उहदी बेड़ी डोलन लग पैंदी है। महाराज कहंदे नहीं, इहो जिहे बंदे जेड़े ये भी कहंदे विश्वास करके पहला भी गुरु मेरा तू है, ते मत्था टेकन तो बाद कहंदा गुरु तां साडे वर्गे बंदे ही सन। याद रखियो उदों बंदा डुब जाता है जदों गुरु कह के भी उत्ते यकीन नहीं करता। महाराज ने बाणी च कहा सलाम जवाब, ये बेप्रतीते की गल है। इहदा मतलब ये नहीं कि वह गुरुद्वारे नहीं आउंदा, सलाम तां ही करेगा जे महाराज दे कोल आउंदा। महाराज कहंदे आ सलाम जवाब दोवें करे मुंडो कुत्था जाए। जेड़ा मत्था भी टेकदा है ते गुरु दी कीती कोई गल उत्ते भी तर्क करदा है, ते महाराज कहंदे ने प्यारिओ वो अपनी जड़ तो पटिया गया, ओदा मत्था टेकना भी व्यर्थ हो गया, ओदा तर्क करना भी व्यर्थ हो गया। सलाम जवाब दोवें करे मुंडो कुत्था जाए, नानक दोवें कूड़ियां थाए ना काई पाए। वो किसे भी अर्थ नहीं जिदे अंदर जे भरोसा नहीं आया। था आओ थोड़ा जिहा गुरु हरकृष्ण साहिब कीरतपुर साहिब तो चलते हैं। हर थां ते साखियां मैं भी वही तिन्ने चारे सुनानियां ने। जे कही भी आप होर कुछ वही साडे कोल इतिहास है। सवेरे मैं अर्ज की सब तो पहला इस बंदियां नूं, इस मनुखां नूं, संसार दे लोकां नूं ये भुलेखा पै गया कि इस बच्चे विच वो है जो कुछ गुरु नानक साहिब अंदर सी। यही कारण कि दिल्ली तक लोग परीक्षा लेंदे रहे जी महाराज जी दी। बेसमझ लोकां नूं समझ ना आई। सब तो पहला कीरतपुर साहिब सवेरे मर्ज की एक कोड़ी बंदा जिहदा पूरे दा पूरा तन कोड़ नाल पीड़ित है, वो तां दुखी सी, पर जिन्हां ने ओनू प्रेर के भेजिया उन्हां दे अंदर दी बिरती ये सी भी कि बच्चा गुरु हो सकता है। जे नहीं कुछ वापरेगा फिर इहदा मखौल, इहदी खिल्ली, इहदा मजाक उड़ावांगे। सब तो पहला कीरतपुर साहिब जदों गुरु हरकृष्ण साहिब पालकी च जा रहे ने ते एक कोड़ी जमीन ते पिया होया कुरला रहा है, वो रस्ते च डिग्गा पुकार रहा है। धन गुरु हरकृष्ण साहिब महाराज पालकी दा परदा पिछा हटाते हैं, उस वल दृष्टि भर के देखते हैं। महाराज की सब तो वड्डी जिहड़ी किरपा सी ना जी गुरु हरकृष्ण साहिब की, वो अमृत दृष्टि सी। जिन्हों भी गुरु हरकृष्ण साहिब देखते सन ना जी, ਉਹਦਾ अंदर सब कुछ पलट जाता सी। ये आप बाणी चो अगे देखांगे। सिर मैं तुहानू पहला इन्नी को बेनती करनी चाहना तवारीख चों कि बेप्रतीते लोग जदों प्रतीत नहीं रखते, गुरु तो फिर भी कृपा कर दिंदा है। हुण जिहड़ा बंदा कोड़ी विलक रहा है, वो परीक्षा लैन नहीं आया, वो बेचारा रोग दा मारिया विलक रहा है, ते जिन्हां ने भेजिया वो परीक्षा लैनी चाहते हैं। ये बच्चे को ताकत है। गुरु हरकृष्ण साहिब अपनी अमृत दृष्टि करते आ, उन्हां दी दृष्टि विचों रहमत निकलती है, उन्हां दे नेत्रां विचों रब दी कृपा वरदी है। जदों उस रोगी नूं देखदे आ, अपना रुमाल दिंदे आ, कहंदे ने भाई सजना तू अपने पिंडे ते इहनूं सुहाई ते गुरु नानक साहिब तेरी झोली च खैर जरूर पाणगे। कीरतपुर साहिब वो कोड़ी ठीक हुंदा है जी। इस नूं फिर सुनियो। मैं आज सुबह भी कहा कि हुणे भाई साहब ने गाया गुरपूरे की अकत कहानी, तुसी संगत ने सारी ने नाल पढ़िया। ये गुरु अर्जुन देव कह रहे सन कि पूरे गुरु दियां खेडां नूं अपनी नॉलेज नाल तोल के कदी फैसला ना करी गुरु ये कर सकता है कि नहीं कर सकता। गुरु की खेड वो हुंदी है जिहड़ी बयान ही नहीं की जा सकती। किसी ज्ञान नाल उहदी तुलना कर सकांगे? किवें हो सकदा जी?
ਉੱਥੇ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨੂੰ ਅਰੋਗਤਾ ਦਿੱਤੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ। ਅੱਗੇ ਅਸੀਂ ਬਾਣੀ ਚੋਂ ਪ੍ਰਮਾਣ ਲੈਂਦੇ ਹਾਂ। ਉਸ ਤੋਂ ਬਾਅਦ ਮਹਾਰਾਜ ਦਿੱਲੀ ਆਉਂਦੇ ਆ। ਆਪ ਸਾਰੇ ਜਾਣਕਾਰੀ ਰੱਖ ਦਿਓ। ਰਾਮ ਰਾਏ ਦੀ ਪ੍ਰੇਰਣਾ ਸੀ, ਕਿਉਂਕਿ ਉਹ ਅੰਦਰੋਂ ਦੁਖੀ ਸੀ, ਵੱਡਾ ਮੈਂ ਆ ਤੇ ਗੁਰਗੱਦੀ ਛੋਟੇ ਨੂੰ ਮਿਲ ਗਈ। ਉਹ ਚਾਹੁੰਦਾ ਸੀ ਵੀ ਕਿਸੇ ਤਰੀਕੇ ਨਾਲ 8ਵੇਂ ਗੁਰਦੇਵ ਦਿੱਲੀ ਆ ਜਾਣ। ਚਲੋ ਅਸੀਂ 8ਵੇਂ ਗੁਰਦੇਵ, ਮੈਂ ਸ਼ਰਧਾ ਵਾਲੀ ਸ਼ਬਦ ਵਰਤਿਆ, ਉਹਨੇ ਥੋੜਾ ਵਰਤਨੇ ਸਨ। ਇੱਥੇ ਆ ਜਾਣਗੇ। ਔਰੰਗਜ਼ੇਬ ਨੂੰ ਕਿਹਾ ਮੇਰੇ ਤੋਂ ਵੱਧ ਕਰਾਮਾਤਾਂ ਉਹਨੇ ਕੋਲ ਨੇ। ਇਹਦਾ ਮਤਲਬ ਸੀ ਜੇ ਉਹਨੇ ਕਰਾਮਾਤ ਦਿਖਾ ਦਿੱਤੀ ਤੇ ਭੰਡੀ ਪ੍ਰਚਾਰ ਰੱਜ ਕੇ ਕਰਾਂਗਾ, ਵੀ ਮੈਨੂੰ ਤਾਂ ਕਿਹਾ ਵੀ ਵੜੀ ਨਾ ਤੇ ਕਰਾਮਾਤਾਂ ਤੇ ਨਾ ਦਿਖਾਈਆਂ। ਜੇ ਨਹੀਂ ਦਿਖਾਏਗਾ ਤੇ ਬਾਦਸ਼ਾਹ ਉਹਦੇ ਵੱਲੋਂ ਜ਼ੁਲਮ ਕਹਿ ਲੋ, ਜ਼ੋਰ ਕਹਿ ਲੋ, ਧੱਕਾ ਹੋਵੇਗਾ। ਉਹਨੇ ਆਪਣੇ ਆਪ ਨੂੰ ਕਿਹਾ ਵੀ ਗੱਦੀ ਦਾ ਹੱਕਦਾਰ ਮੈਂ ਖਾਂ, ਕਿਉਂਕਿ ਮੈਂ ਵੱਡਾ ਵਾਂ। ਮਹਾਰਾਜ ਜਦੋਂ ਇਹ ਸੁਨੇਹਾ ਗਿਆ ਜੀ ਦਿੱਲੀ ਤੋਂ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਨਕਾਰ ਕਰ ਦਿੱਤਾ, ਅਸੀਂ ਨਹੀਂ ਆਵਾਂਗੇ। ਪਰ ਜਦੋਂ ਰਾਜਾ ਜੈ ਸਿੰਘ ਤੇ ਦਿੱਲੀ ਦੀ ਸੰਗਤ ਨੇ ਬੇਨਤੀ ਕੀਤੀ, ਪਰ ਦਿੱਲੀ ਦੀ ਸੰਗਤ ਦੇ ਮਨ 'ਚ ਇਹ ਨਹੀਂ ਸੀ ਕਿ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੱਦ ਕੇ ਉਹਦੀ ਪ੍ਰੀਖਿਆ ਲੈਣੀ ਹੈ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਓ ਦਰਸ਼ਨ ਬਖਸ਼ੋ। ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਬਾਦਸ਼ਾਹ ਦੇ ਸੱਦੇ ਪੱਤਰ ਨੂੰ ਸਵੀਕਾਰ ਨਹੀਂ ਕਰਦੇ, ਇਹ ਸਵੀਕਾਰ ਕੀਤਾ। ਜਦੋਂ ਸੰਗਤ ਦੇ ਸੁਨੇਹੇ ਗਏ ਤੇ ਕਹਿਣ ਲੱਗੇ ਸੰਗਤ ਜਿੱਥੇ ਵੀ ਬੁਲਾਏਗੀ ਮੈਂ ਜ਼ਰੂਰ ਜਾਵਾਂਗਾ। ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਚੱਲੇ ਜੀ। ਰਸਤੇ ਵਿੱਚ ਕਾਬਲ ਦੀ ਸੰਗਤ ਆਉਂਦੀ ਹੈ। ਮਹਾਰਾਜ ਇੱਕ ਪੜਾਅ ਉੱਥੇ ਕਰਦੇ ਆ, ਦਰਸ਼ਨ ਦਿੰਦੇ ਆ। ਅਸੀਂ ਸਾਰੇ ਜਾਣਦੇ ਹਾਂ ਅੰਬਾਲੇ ਦੇ ਨੇੜੇ ਪੰਜੋਖਰਾ ਹੈ, ਜਿਹਨੂੰ ਅਸੀਂ ਹੁਣ ਪੰਜੋਖਰਾ ਸਾਹਿਬ ਕਹਿੰਦੇ ਹਾਂ। ਮੈਂ ਸਿਰਫ ਇਸ ਸੰਬੰਧੀ ਤੁਹਾਨੂੰ ਇੱਕ ਬੇਨਤੀ ਕਰਨੀ ਹੈ, ਕਿਉਂਕਿ ਸਾਡੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਨੇ ਹੁਣ ਵੀ ਛੱਜੂ ਝੂਰ ਤਾਂ ਪਹਿਲਾਂ ਹੀ ਵਿਦਵਾਨ ਸੀ ਜੀ। ਮੈਂ ਇੱਕ ਦੋ ਬੇਨਤੀਆਂ ਤੁਹਾਨੂੰ ਕਰਨੀਆਂ ਨਾ। ਮੈਂ ਕਿਸੇ ਬੰਦੇ ਦਾ ਜਵਾਬ ਨਹੀਂ ਦੇ ਰਿਹਾ ਸਟੇਜ ਤੇ, ਸਿਰਫ ਇੱਕੋ ਦੁਹਾਈ ਦੇਣ ਆਇਆ। ਵੇਖਿਓ ਮੱਥਾ ਟੇਕ ਕੇ ਸ਼ੱਕ ਕਰਕੇ ਆਪਣੀਆਂ ਜੜ੍ਹਾਂ ਨਾ ਪਟਾ ਲਈਏ। ਜੋ ਗੁਰੂ ਕਹਿੰਦਾ ਹੈ ਉੱਥੇ ਸਭ ਨੂੰ ਪਤਾ। ਪੰਡਿਤ ਲਾਲ ਚੰਦ ਆਇਆ, ਮੈਂ ਸਾਖੀ ਜ਼ਿਆਦਾ ਨਹੀਂ, ਉਹ ਵਿਦਵਾਨ ਸੀ। ਤੇ ਵਿਦਵਾਨ ਬੰਦੇ ਨੂੰ ਜਦੋਂ ਛੋਟੀ ਉਮਰ ਦਾ ਬੰਦਾ ਕੋਈ ਸਿਆਣਾ ਮਿਲ ਜਾਂਦਾ ਹੈ ਨਾ, ਜਿੰਨੀ ਜੈਲਸ ਉਹਦੇ ਅੰਦਰ ਪੈਦਾ ਹੁੰਦੀ ਹੋਰ ਦੂਜੇ ਵਿੱਚ ਨਹੀਂ। ਕਿਉਂਕਿ ਲਾਲ ਚੰਦ ਕੋਲ ਗਿਆਨ ਹੈ, ਗੀਤਾ ਦੇ ਵਿੱਚ ਉਹਨੂੰ ਪੂਰੀ ਮੁਹਾਰਤ ਹਾਸਲ ਹੈ। ਉਹਨੇ ਜਦੋਂ ਵੇਖਿਆ ਇਕੱਠ ਤੇ ਉਹਨੇ ਇੱਕੋ ਗੱਲ ਕਹੀ, ਕੌਣ? ਉਹਨਾਂ ਕਿਹਾ ਇਹ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਮਾਲਕ, ਇਹਨਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਆ। ਉਹਨੇ ਮਜ਼ਾਕ ਕੀਤਾ ਜੀ, ਟੀਚਰ ਕੀਤੀ ਪਹਿਲਾਂ। ਕਹਿੰਦਾ ਕ੍ਰਿਸ਼ਨ ਤਾਂ ਮੰਨਿਆ ਹੈ, ਪਰ ਇਹ ਨਾਲ ਇੱਕ ਸ਼ਬਦ ਹੋਰ ਹਰੀ ਲਾ ਲਿਆ। ਇਹਨਾਂ ਨੂੰ ਹਰੀ ਕ੍ਰਿਸ਼ਨ ਕਹਿੰਦੇ ਆ, ਹਰ ਕ੍ਰਿਸ਼ਨ ਕਹਿੰਦੇ ਆ। ਦੁਆਪਰ ਦੇ ਅਵਤਾਰ ਤੋਂ ਵੀ ਵੱਡਾ। ਤੇ ਉਸ ਵਕਤ ਭਾਵਨਾ ਵਾਲਿਆ ਕਿਹਾ ਤੂੰ ਤਰਕ ਨਾ ਕਰ, ਸ਼ਰੀਰ ਨਾ ਦੇਖ, ਉਹਨਾਂ ਅੰਦਰ ਗੁਰੂ ਨਾਨਕ ਸਾਹਿਬ ਦੀ ਜੋਤ ਵਰਤਦੀ ਹੈ। ਉਹਨੇ ਅਗਲਾ ਗੱਲ ਕਹੀ, ਕਹਿੰਦਾ ਮੈਂ ਨਹੀਂ ਮੰਨਦਾ, ਲੋਕ ਭੇਖ ਕਰ ਰਹੇ ਆ, ਇਹ ਪਰਪੰਚ ਹੈ। ਮੈਂ ਤਾਂ ਮੰਨਾਂਗਾ ਜੇ ਕ੍ਰਿਸ਼ਨ ਜੀ ਦੀ ਉਚਾਰਨ ਕੀਤੀ ਹੋਈ ਗੀਤਾ ਦੇ ਅਰਥ ਕਰਨ ਤਾਂ, ਉਹਦੇ ਸ਼ਲੋਕਾਂ ਦੇ। ਪਰ ਮੈਂ ਕੱਲ ਵੀ ਕਿਹਾ ਉੱਥੇ ਵੀ ਦੋ ਚੀਜ਼ਾਂ ਬੜਾ ਯਤਨ ਕੀਤਾ ਵੀ ਕਿਤੇ ਉਹ ਸ਼ਲੋਕ ਮਿਲਣ। ਇਤਿਹਾਸ ਸਿਰਫ ਇਹ ਕਹਿੰਦਾ ਗੀਤਾ ਦੇ ਅਰਥ, ਤੇ ਜਾਂ ਭਾਈ ਨੰਦ ਲਾਲ ਸਾਹਿਬ ਬਾਰੇ ਕਹਿੰਦੇ ਨੇ ਕੁਰਾਨ ਦੀ ਆਇਤ ਦੇ ਅਰਥ। ਨਾ ਉਹ ਕੁਰਾਨ ਦੀ ਆਇਤ ਕਿਤੋਂ ਤਬਾਰੀਕ ਚੋਂ ਮਿਲੀ ਏ, ਤੇ ਨਾ ਉਹ ਗੀਤਾ ਦਾ ਉਹ ਅਧਿਆਏ, ਉਹ ਸ਼ਲੋਕ ਨਹੀਂ ਮਿਲਿਆ ਕਿਹਦੇ ਅਰਥ ਕੀਤੇ। ਪਰ ਇਹ ਕਿਹਾ ਵੀ ਅਰਥ ਕੀਤੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਸਤਿਗੁਰੂ ਮੁਸਕਰਾ ਪਏ। ਹਜ਼ੂਰ ਨੇ ਅੱਗੋਂ ਬਚਨ ਕੀਤਾ, ਕਹਿਣ ਲੱਗੇ ਲਾਲ ਚੰਦ ਅਰਥ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਹੋ ਜਾਣਗੇ। ਸੁਣਿਓ ਇਸ ਬੇਨਤੀ ਨੂੰ ਜਿਹੜੀ ਮੈਂ ਅਰਜ਼ ਕਰ ਲੱਗਾ, ਕਿਉਂਕਿ ਆਪਾਂ ਖਿੰਚ ਮੰਨ ਜਾਂਦੇ ਜੀ ਉਹ ਤਾਂ ਪਹਿਲੀ ਵਿਦਵਾਨ ਸੀ ਜੀ, ਉਹਨੂੰ ਤਾਂ ਫਲਸਫਾ ਪਤਾ ਸੀ ਜੀ, ਉਹ ਸਿੱਖ ਬਾਰੇ ਬੜੀ ਨੌਲੇਜ ਰੱਖਦਾ ਸੀ ਉਹ। ਇਸ ਬੇਨਤੀ ਨੂੰ ਸੁਣੋ। ਉੱਥੇ ਉਹਨਾਂ ਮਹਾਰਾਜ ਕਹਿੰਦੇ ਇੱਕ ਕੰਮ ਕਰ, ਤੂੰ ਇਸ ਪਿੰਡ ਵਿੱਚੋਂ ਜਿਹੜਾ ਬੰਦਾ ਲੈ ਆਵੇਂਗਾ ਨਾ, ਗੁਰੂ ਨਾਨਕ ਸਾਹਿਬ ਤਰਸ ਕਰੇ ਗੀਤਾ ਦੇ ਅਰਥ ਉਹ ਵੀ ਕਰ ਦੇਗਾ। ਹੁਣ ਇੱਕ ਮੇਰਾ ਸਵਾਲ ਹੈ, ਲਾਲ ਚੰਦ ਗੁਰੂ ਸਾਹਿਬ ਤੋਂ ਅਰਥ ਇਸ ਕਰਕੇ ਸੁਣਨਾ ਚਾਹੁੰਦਾ ਹੈ, ਉਹ ਲੋਕਾਂ ਵਿੱਚ ਇਹ ਗੀਤਾ ਦਾ ਗਿਆਨ ਲੈਣ ਲਈ ਨਹੀਂ। ਉਹ ਸ਼ੰਕਾਵਾਦੀ ਬੰਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਨੀਵਾਂ ਦਿਖਾਣਾ ਚਾਹੁੰਦਾ ਹੈ ਕਿ ਇਹਦੇ ਪੱਲੇ ਗਿਆਨ ਕੀ ਹੈ। ਤੇ ਅਸੀਂ ਕਹਿੰਦੇ ਹਾਂ ਲਾਲ ਚੰਦ ਛੱਜੂ ਨੂੰ ਲੈ ਕੇ ਆ ਗਿਆ।
ਸਾਰੇ ਕਹਿੰਦੇ ਆ। ਜਿਹੜਾ ਬੰਦਾ ਈਰਖਾ ਵਸ਼ ਗੁਰੂ ਨੂੰ ਨੀਵਾਂ ਦਿਖਾਣਾ ਚਾਹੁੰਦਾ ਹੈ, ਉਹ ਕਮਲੇ ਉਸ ਵਿਦਵਾਨ ਨੂੰ ਥੋੜਾ ਲੈ ਕੇ ਆਵੇਗਾ, ਚੱਲ ਵਿਦਵਾਨਾਂ ਤੂੰ ਅਰਥ ਕਰ। ਉਹ ਤਾਂ ਉਹਨੂੰ ਲੈ ਕੇ ਆਊਗਾ ਜਿਹੜਾ ਅੱਤ ਦਾ ਮੂਰਖ ਹੋਵੇਗਾ। ਮੇਰੀ ਗੱਲ ਫਿਰ ਸਮਝਿਓ, ਜੇ ਇਹ ਕਹੀਓ ਵਿਦਵਾਨ ਸੀ ਪਹਿਲਾਂ ਜੀ, ਤੇ ਲਾਲ ਚੰਦ ਉਹਨੂੰ ਲੱਭਣ ਗਿਆ, ਤੇ ਲਾਲ ਚੰਦ ਕਿਉਂ ਆਪਣੀ ਬੇਇੱਜ਼ਤੀ ਕਰਾਏਗਾ ਭਰੇ ਦਰਬਾਰ 'ਚ ਵੀ ਜਿੰਨੇ ਗੀਤਾ ਦੇ ਅਰਥ ਕਰ ਰਹੇ ਨੇ। ਪਿੰਡ ਛੋਟਾ ਜਿਹਾ ਪਿੰਡ ਸੀ ਜੀ, ਲੋਕਾਂ ਨੂੰ ਪਤਾ ਨਹੀਂ ਝੂਰ ਕੌਣ ਹੈ। ਜੇ ਉਹਨੂੰ ਇਹ ਪਤਾ ਹੁੰਦਾ ਵੀ ਇਹ ਤਾਂ ਬੜਾ ਵਿਦਵਾਨ ਹੈ। ਨਹੀਂ ਪਿਆਰਿਓ, ਉਹ ਅਸਲ 'ਚ ਜ਼ਬਾਨ ਤੋਂ ਵੀ ਗੁੰਗਾ ਸੀ ਤੇ ਕੰਨਾਂ ਤੋਂ ਵੀ ਭੋਲਾ ਸੀ। ਹੁਣ ਮੈਂ ਤੁਹਾਨੂੰ ਬਾਣੀ 'ਚੋਂ ਕੁਝ ਬੇਨਤੀਆਂ ਕਰਨੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਿਓ। ਹਰ ਤਾਕਤ ਦਾ ਮਾਲਕ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਆ ਜਿੰਨੇ ਗ੍ਰੰਥ ਨੇ ਕਿੱਥੋਂ ਨਿਕਲੇ, ਇਹ ਜਿੰਨੀ ਨੌਲੇਜ ਹੈ ਕਿੱਥੋਂ ਆਈ ਹੈ। ਪੰਡਿਤ ਲਾਲ ਚੰਦ ਨੇ ਲਿਆਂਦਾ, ਛੱਜੂ ਝੂਰ ਆਇਆ, ਮਹਾਰਾਜ ਜੀ ਨੇ ਜੀ ਅੰਮ੍ਰਿਤ ਦ੍ਰਿਸ਼ਟੀ ਕੀਤੀ। ਮੈਂ ਲਫ਼ਜ਼ ਫਿਰ ਵਰਤ ਰਿਹਾ, ਅੰਮ੍ਰਿਤ ਦ੍ਰਿਸ਼ਟ। ਅੱਗੇ ਮੈਂ ਬੇਨਤੀ ਕਰਾਂਗਾ ਕਿਉਂ ਵਰਤ ਰਿਹਾ ਮੈਂ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਨੇਤਰ ਭਰ ਕੇ ਦੇਖਿਆ ਛੱਜੂ ਝੂਰ ਨੂੰ, ਤੇ ਆਪਣੇ ਹੱਥ ਵਿੱਚ ਪਕੜੀ ਹੋਈ ਛੜੀ ਉਹਦੇ ਸੀਸ ਉੱਤੇ ਰੱਖੀ। ਮਹਾਰਾਜ ਬਖਸ਼ਿਸ਼ ਦੇ ਘਰ ਚਾਹੇ ਸੀਸ ਤੇ ਛੜੀ ਰੱਖੀ। ਜਿਹੜਾ ਬੰਦਾ ਜਮਾਂਦਰੂ ਗੁੰਗਾ ਤੇ ਬੋਲਾ ਸੀ, ਉਹ ਬੰਦਾ ਬੋਲਣ ਲੱਗਾ। ਮੈਂ ਕਹਿੰਦਾ, ਅਸੀਂ ਕਹਿੰਦੇ ਆ ਗੁੰਗਾ ਬੋਲਾ, ਉਹ ਕਿੰਨਾ ਖੁਸ਼ਕਿਸਮਤ ਸੀ, ਮਾਂ ਦੇ ਪੇਟ ਚੋਂ ਜਨਮ ਲੈ ਕੇ ਤਾਂ ਨਹੀਂ ਬੋਲ ਸਕਿਆ। ਜਿੱਦਣ ਬੋਲਿਆ ਉਦਣ ਗੁਰੂ ਨਾਨਕ ਦੀ ਕਿਰਪਾ ਨਾਲ ਗੁਰੂ ਦੇ ਬੋਲ ਬੋਲਿਆ। ਜਦੋਂ ਬੋਲਿਆ ਉਹਨੇ ਗੀਤਾ ਦੇ ਅਰਥ ਕਰ ਦਿੱਤੇ। ਪੰਡਿਤ ਬੋਲਦਾ ਹੈ, ਉਹ ਨਾਲ ਨਾਲ ਅਰਥ ਕਰੀ ਜਾ ਰਿਹਾ ਹੈ। ਜਦੋਂ ਛੱਜੂ ਤੋਂ ਅਰਥ ਸੁਣੇ, ਲਾਲ ਚੰਦ ਨੇ ਪਹਿਲਾ ਕੰਮ ਕੀਤਾ, ਆਪਣਾ ਜੰਨੂ ਲਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਰੱਖ ਦਿੱਤਾ। ਕਹਿੰਦਾ, ਸਤਿਗੁਰੂ ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਮੈਂ ਭੁੱਲ ਗਿਆ ਹਾਂ, ਮੇਰੇ ਤੇ ਤਰਸ ਕਰੋ। ਹੁਣ ਇੱਥੇ ਥੋੜਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਦਰਸ਼ਨ ਕਰੀਏ ਕਿ ਮਹਾਰਾਜ ਤੁਸੀਂ ਕਿਰਪਾ ਕਰੋ, ਇਹ ਕੁਝ ਵਾਪਰਦਾ ਹੈ। ਬਿਲਕੁਲ, ਜੇ ਬਾਣੀ ਤੇ ਆਸਥਾ ਰੱਖਦੇ ਹੋ। ਹੁਣੇ ਭਾਈ ਸਾਹਿਬ ਨੇ ਜਦੋਂ ਸ਼ਬਦ ਪੜਿਆ ਜੀ, ਉਹਨਾਂ ਨੇ ਦਸਮ ਦਾ ਵੀ ਪ੍ਰਮਾਣ ਦਿੱਤੇ। ਜਿਵੇਂ ਅਸੀਂ ਸੁਣੇ ਗੁੰਗ ਜੋ ਯੈ ਸੁਰਸ ਨਾ ਪਾਵੀ, ਸੁਣੇ ਮੂੜ ਚਿਤ ਲਾਏ ਚਤਰਤਾ ਆਵੀ। ਅਸੀਂ ਪਾਠ ਚੌਪੀ 'ਚ ਵੀ ਪੜ੍ਹਨੇ। ਕੀ ਇਹ ਸਭ ਕੁਝ ਵਾਪਰਦਾ ਹੈ? ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਇੱਕ ਪਦਾ ਹੈ। ਜਿਹੜੀ ਗੁਰੂ ਦੀ ਕਰੁਣਾ ਹੈ ਨਾ, ਉਹਦੇ ਸਾਹਮਣੇ ਦੁਨੀਆ ਦਾ ਹਰ ਤਰਕ ਸਵਾਹ ਹੋ ਜਾਏਗਾ। ਕਿਰਪਾ ਉਹ ਕੁਝ ਕਰ ਦਿੰਦੀ ਹੈ ਜਿਹੜੇ ਦੁਨੀਆ ਦੀਆਂ ਪੜ੍ਹਾਈਆਂ ਵੀ ਨਹੀਂ ਕਰਦੀਆਂ। ਇਹ ਪਦਾ ਪੜੋ ਜੀ, ਸੁਨ ਅੰਧਾ ਕੈਸੇ ਮਾਰਗ ਪਾਵੇ। ਇਹ ਸਾਰਾ ਦਿੱਤਾ। ਸੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ। ਕਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਇਹਦਾ ਅਰਥ ਨੇ ਫਿਰ ਕਰ ਦਈਏ, ਜਿਹੜੇ ਬੰਦੇ ਨੂੰ ਦਿਸਦਾ ਹੀ ਨਹੀਂ ਉਹ ਵਿਚਾਰਾ ਕੀ ਕਰੇਗਾ? ਜਿਹੜਾ ਕੰਨਾਂ ਤੋਂ ਬੋਲਾ ਉਹ ਕੀ ਸਮਝੇਗਾ? ਸੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ। ਕਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਕਾਂ ਬਿਸ਼ਨ ਪਦ ਗਾਵੇ ਗੁੰਗ। ਆ ਜਿਵੇਂ ਦੋਹਰਾ ਹੁੰਦਾ ਹੈ ਨਾ ਜੀ, ਸ਼ਲੋਕ ਦਿਓਰਾ ਚੌਪਈ। ਬਿਸ਼ਨ ਪਦਾ ਕਵਿਤਾ ਦੀ ਇੱਕ ਵੰਨਗੀ ਏ। ਬਿਸ਼ਨ ਪਦਾ ਗਾਉਣਾ ਬੜਾ ਔਖਾ ਹੈ। ਇੱਥੇ ਬਿਸ਼ਨ ਪਦਾ ਦਾ ਅਰਥ ਵਿਸ਼ਨੂੰ ਨਾਲ ਨਹੀਂ ਕਰਨਾ, ਜਿਵੇਂ ਸਵਈਏ ਰੱਡ ਇਹ ਕੁੰਡਲੀਏ ਨੇ। ਇਸੇ ਤਰ੍ਹਾਂ ਕਵਿਤਾ ਵਿੱਚ ਬਿਸ਼ਨ ਪਦਾ ਬੜਾ ਮਹਿੰਗਾ ਹੁੰਦਾ ਗਾਉਣਾ। ਮਹਾਰਾਜ ਨੇ ਸ਼ਬਦ ਵਰਤੇ, ਕਾਂ ਬਿਸ਼ਨ ਪਦ ਗਾਵੇ ਗੁੰਗ, ਯਤਨ ਕਰੇ ਤਉ ਪੀ ਸੁਰ ਭੰਗ। ਜਦੋਂ ਬੋਲਦਾ ਨਾਲ ਹੀ ਬੇਸੁਰਾ ਹੋ ਜਾਂਦਾ, ਕਿਉਂਕਿ ਗੁੰਗੇ ਚ ਸੁਰ ਕਿੱਥੇ ਨਿਕਲਣੀ। ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ। ਕਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਕਾਂ ਬਿਸ਼ਨ ਪਦ ਗਾਵੇ ਗੰਗ ਗੁੰਗ, ਯਤਨ ਕਰੇ ਤਉ ਪੀ ਸੁਰ ਭੰਗ। ਅਗਲਾ ਬਚਨ ਕੀ ਹੈ? ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ। ਜੋ ਭਾਈ ਸਾਹਿਬ ਨੇ ਖੀਰ ਤੇ ਪੜਿਆ ਨਾ, ਅਸੀਂ ਗੁੰਗੇ ਵੀ ਹਾਂ, ਅਸੀਂ ਬੋਲੇ ਵੀ ਹਾਂ ਤੇ ਪਿੰਗਲੇ ਵੀ ਹਾਂ। ਮੈਂ ਉਹਦੀ ਵਿਆਖਿਆ ਸਿਰਫ ਕਰ ਰਿਹਾ। ਕਰਤਾਰ ਕਰੁਣਾ ਮੈਂ, ਕਰੁਣਾ ਮੈਂ ਦਰ ਤੇ ਕਰੁਣਾ ਦੇ ਘਰ ਵਾਹਿਗੁਰੂ ਜੀ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ। ਬਸ ਐਦੂ ਵੱਡੀ ਕਰਾਮਾਤ ਕੀ ਹੈ? ਜੇ ਤੁਸੀਂ ਕਿਰਪਾ ਵਰਤਾਓ, ਗੁੰਗਾ ਪਿੰਗਲਾ ਬੋਲਾ ਅੰਨਾ ਬੰਦਾ ਉਹ ਪਾਰ ਹੋ ਜਾਂਦਾ, ਕਿਉਂਕਿ ਤੂੰ ਹੀ ਤਾਂ ਸਭ ਕੁਝ ਬਖਸ਼ਣ ਵਾਲਾ ਹੈ।
इस तो अगली बेनती एक होर, गुरु ग्रंथ साहिब की बाणी च एक पाठ, ये शब्द है भगत जी का। ये तां मैं कोई आपां कोई विद्वता का मुजाहरा नहीं करना, इस करके भाई जे अज पुरब वाले दिन इन्ना को भरोसा करके चले जाओगे ना कि गुरु हरकृष्ण साहब कोई करन दे समराते चेते रखियो, जिंदगी च खट के जाओगे। बस इन्ना को भरोसा। महाराज जी का एक शब्द है कबीर साहब का, परमात्मा वो कुछ वरतांदा जो कभी सानू पता ही नहीं। हुण यही तर्क है ना भी जी वो गुंगा किवें बोल पिया, गुंगे तो दिसदे नहीं सी। ते हुण वेखो मैं नहीं जे साइंस पढ़िया तो मैं ज्यादा एवं खब्बी सज्जी साइंस वाल जांदा भी जे उन्हें पता ही नहीं, ठा करके साइंस नहीं नूं मानदी, फलाना नहीं नूं मानदा। श्री गुरु ग्रंथ साहिब च एक शब्द आउंदा, पढ़ो सारे जिहड़े पाठ करदे उन्हें पता है। ते अज मैं इत्थे भी तुहानूं बेनती कर चलां कि देखो तुसीं नितनेम करदे हो, मत्थे टेकदे हो महाराज नूं, संथ्या करके गुरु ग्रंथ साहिब का पाठ खुद करो। खुद करन दा अर्थ संगत नहीं कली। जे कीर्तनिया कीर्तन करदा है बड़ी चंगी गल, पर गुरु ग्रंथ साहिब का पाठ फिर भी रोज करे। जे प्रबंधक गुरुद्वारे का प्रबंध करदा है ठीक है, रब ने सेवा दे दी, पर सिख पहला है। प्रबंधक का काम यह नहीं कि बाबे पाठ तुसीं वेले सिर कर लो, प्रबंधक भी वेले सिर पाठ करे। पाठ तो सब लिए ना। जे कथावाचक कथा करदा है, मैं हंकार च नहीं शब्द कह रहा, ओदा फर्ज बनता है शब्द नूं इस करके ना पढ़े मैं कल संगत नूं सुनाना है, शब्द नूं इस करके पढ़े मैं अपनी जिंदगी च कमाना है। जे असी मैं सिर्फ तुहानूं बेनती कर लगा, अज तो शुरू कर लो जिन्हां नहीं कीता, संथ्या लैके जे पाठ शुरू कर लो, सिर्फ 4 अंग गुरु ग्रंथ साहिब दे रोज पढ़ लो। ना मैं 12 कहना, ना 15, ना 30, प्लीज ओनली 4 अंग। अंग शब्द ही कहना, पत्रे पन्ने नहीं। महाराज गुरु गोबिंद सिंह कहते हैं दूसर रूप ग्रंथ जी जान, इनो अंग मेरो करमान। 4 अंग क्यों क्या है प्यारे? शुद्ध पाठी जेड़ा है, राज सीसगंज भी क्या कि 8 मिनटा च ना जी 4 अंग कर जाएगा। यूं कह लो 2 घंटे की ड्यूटी है ना, जेडे पाठ करन नूं पता 2 घंटिया च बोल के 60 अंग हुंदे आ, बोल के शुद्ध। ਇਹਦਾ मतलब 120 मिनटा च 60 अंग 2 मिनट च होया। 8 मिनट सिर्फ गुरु ग्रंथ साहिब नूं दे दिओ, सिखो 24 घंटिया जो पाठ लई। 4 अंग रोज करोगे, 365 दिन ने, 365 नूं 4 नाल गुणा कर लिओ, 1430 अंग ने, एक साल विच पूरे गुरु ग्रंथ साहिब दा पाठ हो जाना है। 4 अंग मैं सिर्फ बेनती की। फिर देखो भरोसा बजदा, यह शब्द है कि रब की कृपा की वर्दी है। यह शब्द शुरू होंदा है राजा श्रम मितनी जानी तेरी, तेरे संतन की को चेरी, हस तो जाए सो रोवत आवे, रोवत जाए सो हसै, बस तो होए होए सो उजर, उजर होए सो बस। आप तर्क करके कहांगे जी ये किवें हो सकता है, ये किवें होंदी, मैं बेनती कर रहा। बस तो होए सो उजर, उजर होए सो बस है, जलते थल कर थलते कुआं, कूब ते मेर करावे। जल तो मारू थल बनांदा है, मारू थल विच खूह बना दिंदा है, अपनी मौज विच आवे ते खूह नूं पाड़ के उहदे विचों पहाड़ भी पैदा कर सकदा है। जल ते थल कर थल ते कुआं, कूब ते मेर करावे, धरती ते आकाश चढ़ावे, चढ़े आकाश गिरावे, पेखारी ते इत्थे किहड़ा तरख लोवेगा जी। पेखारी ते राज करावे, राजा ते पेखारी। महाराज अगली तो की कहंदे आ, खल मूर्ख ते पंडित करबो, गुर पूरे की अकत कहानी। खल मूर्ख ते पंडित करबो, जिन्हों लोग मूर्ख कहंदे आ उन्होंने सतगुरु तो विद्वान पंडित बना देना है। जिहड़ा पंडित होण दे दावे करदा, एक भुल करा के तू मूर्ख बना देना। खल मूर्ख ते पंडित करबो, पंडित ते मुगदारी। बाबा जी की बाणी च एक बचन होर जी सतगुरां दा कि जदों ओदी कृपा वरतदी है, बख्शिश वरतदी है। ये भी तुहानूं सब नूं चेते वे। बिलावल महला 5वां, पिंगुल पर्बत आ की है जी, बख्शिश नहीं। पिंगुल पर्बत पार परे, खल चतुर बकीता, पिंगला पहाड़ ते चढ़ गया ते मूर्ख बंदा 4 वेदां दा ज्ञाता बना दिता।
ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਭਵਨ ਸੀਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਸ਼ਲੋਕ ਸਹਿਸਕ੍ਰਿਤੀ ਚ ਇੱਕ ਬਚਨ ਹੈ, ਮਸਕੰਗ ਪਗਣੰਤ ਸੈਲੰ ਗੁਰ ਪੂਰੇ ਕੀ ਅਕਤ ਕਹਾਣੀ ਮਾਂ ਮੁਗਤ ਤੇ ਕੀਆ ਗਿਆਨੀ। ਮਹਾਰਾਜ ਕਹਿੰਦੇ ਨੇ ਮਸਕੰਗ ਭਗਣੰਤ ਸੈਲੰ ਕਰਦਮੰਗ ਤਰੰਤ ਪਪੀਲ ਕਹਿ ਸਾਗਰੰਗ ਲਗੰਤ ਪਿੰਗੰ ਤਮ ਪ੍ਰਕਾਸ਼ ਅੰਧ ਕਹਿ। ਚਾਰ ਸ਼ਬਦ ਮਹਾਰਾਜ ਜੀ ਗੁਰੂ ਅਰਜਨ ਦੇਵ ਦੇ। ਮਸਕੰਗ ਇਹ ਸ਼ਬਦ ਅਸਲ ਵਿੱਚ ਮਸ਼ਕ, ਇਹਦਾ ਅਰਥ ਹੈ ਮੱਛਰ, ਪਾਣੀ ਵਾਲੀ ਮਸ਼ਕ ਨਹੀਂ। ਮਸ਼ਕੰਗ ਭਗਣੰਤ ਸੈਲੰਗ, ਭਗਣੰਤ ਦਾ ਅਰਥ ਹੈ ਤੋੜਨਾ, ਸੈਲੰਗ ਦਾ ਅਰਥ ਹੈ ਪਹਾੜੀ ਪੱਕੀ ਚਟਾਨ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਵਿਸ਼ਵਾਸ ਕਰ ਕਿ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ, ਉਹ ਮੱਛਰ ਵਰਗੇ ਕਮਜ਼ੋਰ ਬੰਦੇ ਤੇ ਥਾਪੜਾ ਦੇ ਦੇ ਤੇ ਉਹ ਵੀ ਸਿਰ ਮਾਰ ਕੇ ਪਹਾੜ ਦੇ ਟੁਕੜੇ ਕਰ ਸਕਦਾ ਹੈ। ਇਹ ਉਹਦੀ ਬਖਸ਼ ਵਰਦੀ ਹੈ। ਮਸਕੰਗ ਭਗਣੰਤ ਸੈਲੰਗ ਕਰਦਮੰਗ ਤਰੰਤ ਪਪੀਲ ਕਹਿ। ਕਰਦਮੰਗ ਦਾ ਅਰਥ ਚਿੱਕੜ। ਜੇ ਨਿੱਕੀ ਜੀ ਕੀੜੀ ਸੁੱਕੇ ਤੇ ਨਹੀਂ ਤੁਰ ਸਕਦੀ, ਤੂੰ ਕਿਰਪਾ ਕਰਦਾ ਹੈ ਤੇ ਕੀੜੀ ਚਿੱਕੜ ਦੇ ਨਾਲੇ ਪਾਰ ਕਰ ਜਾਂਦੀ ਹੈ। ਅਗਲਾ ਬਚਨ ਹੈ ਸਾਗਰੰਗ ਲਗੰਤ ਪਿੰਗੰ। ਜਿਸ ਬੰਦੇ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਉਹ ਸਮੁੰਦਰ ਨੂੰ ਚੀਰ ਜਾਂਦਾ ਹੈ। ਤਮ ਪ੍ਰਕਾਸ਼ ਅੰਧ ਕਹਿ, ਸੱਚ ਵੇ ਜਿਹੜਾ ਅੰਨਾ ਹਨੇਰੇ ਚ ਡੁੱਬਿਆ ਹੈ, ਜਦੋਂ ਤੂੰ ਕਿਰਪਾ ਕਰੇ ਉਹਨੂੰ ਰੂਹਾਨੀਅਤ ਦਾ ਗਿਆਨ ਬਖਸ਼ ਦੇਣਾ ਹੈ। ਸਿਰਫ ਇੱਕ ਭਰੋਸਾ ਕਰਕੇ ਤੁਰੀਏ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੀ ਦ੍ਰਿਸ਼ਟੀ ਚ ਅੰਮ੍ਰਿਤ ਸੀ। ਅੱਜ ਸਵੇਰ ਜਿੰਨਾ ਕਥਾ ਸੁਣੀ ਹੈ, ਮੈਂ ਉਹਨੂੰ ਥੋੜਾ ਜਿਹਾ ਰਿਪੀਟ ਕਰ ਦੇਣਾ ਕਿਉਂਕਿ ਮੈਂ ਲੜੀ ਰਾਤ ਤੋਂ ਸ਼ੁਰੂ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜੀ ਆਵਾਰ ਭਗੌਤੀ ਵਿੱਚ 6 ਪਾਤਸ਼ਾਹਾਂ ਨੂੰ ਸਿਰਫ 2 ਤੁਕਾਂ ਵਿੱਚ ਕਿਹਾ ਹੈ ਤੇ 3 ਪਾਤਸ਼ਾਹਾਂ ਲਈ ਇੱਕ ਇੱਕ ਤੁਕ ਦਿੱਤੀ ਹੈ। ਪਹਿਲੇ ਪਾਤਸ਼ਾਹ ਲਈ ਜਿਹੜਾ ਸ਼ਬਦ ਵਰਤਿਆ ਉਹ ਵੀ 8ਵੇਂ ਲਈ ਵਰਤਿਆ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹੈ, ਤੇ ਜਿਹੜਾ ਪਹਿਲੇ ਲਈ ਵਰਤਿਆ ਉਹੀ 8ਵੇਂ ਲਈ ਵਰਤਿਆ, ਸ਼੍ਰੀ ਹਰਿਕ੍ਰਿਸ਼ਨ ਧਿਆਈਐ। ਧਿਆਏ ਧਿਆਈਐ ਇੱਕ ਤੁਕ ਦਿੱਤੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਲਈ। ਤੇ ਉਸ ਤੋਂ ਬਾਅਦ 3 ਪਾਤਸ਼ਾਹਾਂ ਦਾ ਨਾਂ ਇੱਕ ਤੁਕ ਵਿੱਚ ਦੇ ਦਿੱਤਾ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ, 3 ਪਾਤਸ਼ਾਹ ਇੱਕੋ ਤੁਕ ਵਿੱਚ। ਅਰਜੁਨ ਹਰ ਗੋਬਿੰਦ ਨੂੰ ਅਰਜਨ, ਚਲੋ ਇੱਥੇ ਸ਼ਬਦ ਅਰਜਨ ਹੈ, ਤੁਸੀਂ ਪਾਠ ਕਰਨ ਵਾਲੇ ਸੱਜਣ ਬੈਠੇ ਹੋ। ਇੱਕ ਇਹ ਨਹੀਂ ਕਿ ਮੈਂ ਕੋਈ ਲਗਾ ਮਾਤਰਾ ਸਿਖਾਣਾ ਹੈ, ਤੁਹਾਡੇ ਇੱਥੇ ਬਹੁਤ ਸੋਹਣਾ ਇਹ ਪ੍ਰਬੰਧ ਕੀਤਾ, ਰਾਣਾ ਜੀ ਬੈਠੇ ਆ ਸ਼ੁੱਧ ਪਾਠ ਕਰਨ ਦਾ ਵੀ, ਕਿਉਂਕਿ ਇੱਕ ਇੱਕ ਲਗਾ ਮਾਤਰ ਔਂਕੜ ਦਲੌਂਕੜ ਲਾਂ ਦੁਲਾਂ ਉਹੀ ਅਰਥ ਕਰਦੀ ਉਚਾਰਨ ਚ। ਤੇ ਉਂਝ ਵੈਸੇ ਰਾਤ ਮੈਂ ਕਿਹਾ ਸਾਡੇ ਕਰਦੇ ਇੱਥੋਂ ਪੰਜਾਬੀ ਪੜ੍ਹੀ, ਇੱਥੇ ਤੁਹਾਨੂੰ ਪੰਜਾਬੀ ਕਿਹੜਾ ਬੋਲਦਾ ਜੀ, ਬਹੁਤ ਘੱਟ। ਤੁਸੀਂ ਜਿੰਨੇ ਬੈਠੇ ਹੋ ਮੈਨੂੰ ਬਖਸ਼ ਦਿਆ ਜੇ, ਮੈਂ ਤਰਕ ਨਹੀਂ ਕਰਨ ਲੱਗਾ। ਸਾਡੇ ਚੋਂ 95% ਸਾਰੇ ਘਰਾਂ ਚ ਹਿੰਦੀ ਬੋਲਦੇ ਆ, ਗਾਲਾਂ ਪੰਜਾਬੀ ਚ ਕੱਢਦੇ ਨੇ ਜਦੋਂ ਮੌਕਾ ਬਣਦਾ। ਜੇ ਪੰਜਾਬੀ ਨਾ ਬੋਲਾਂਗੇ ਮਰ ਜਾਾਂਗੇ ਆਪਾਂ, ਮੈਂ ਮਰ ਜਾਾਂਗੇ ਸ਼ਬਦ ਵਰਤਿਆ। ਜਿਹੜਾ ਗੁਰਬਾਣੀ ਦੀ ਵਿਆਕਰਨ ਹੈ ਉਹਦਾ ਆਪਣਾ ਹੀ ਆਪਣੇ ਅਰਥ ਕਰੇਗੀ। ਹੁਣ ਤੁਸੀਂ ਦੇਖੋ ਬਜ਼ੁਰਗ ਬੈਠੇ ਹੋ ਜਿਨ੍ਹਾਂ ਨੇ ਗੁਰਮੁਖੀ ਜਦੋਂ ਪੰਜਾਬੀ ਸ਼ੁਰੂ ਕੀਤੀ ਹੋਣੀ ਹੈ, ਸਭ ਤੋਂ ਪਹਿਲਾਂ ਊੜਾ ਕੋਈ ਨਹੀਂ ਸਿਖਾਉਂਦੇ, ਸਭ ਤੋਂ ਪਹਿਲਾਂ ਕਹਿੰਦੇ ਆ ਮੁਹਾਰਨੀ ਕਰ, ਐ ਆ ਈ ਇਹ ਮੁਹਾਰਨੀ। ਜਿੰਨੀ ਦੇਰ ਤੱਕ ਮੁਹਾਰਨੀ ਬੱਚੇ ਨੂੰ ਨਹੀਂ ਆਉਂਦੀ ਉਨੀ ਦੇਰ ਤੱਕ ਕੋਈ ਸ਼ਬਦਾਂ ਦਾ ਸ਼ੁੱਧ ਉਚਾਰਨ ਕਰ ਹੀ ਨਹੀਂ ਸਕਦਾ। ਸ਼ਬਦ ਸ਼ੁੱਧ ਨਹੀਂ ਉਚਾਰਨ ਹੋ ਸਕੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਰਚਨਾ ਵਿੱਚੋਂ ਮੈਂ ਬੇਨਤੀ ਕਰਕੇ ਸਮਾਪਤੀ ਵੱਲ ਆਉਣ ਲੱਗਾ ਕਿ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਨੇ ਇਹ ਬਖਸ਼ਿਸ਼ ਕੀਤੀ। ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਹੀ ਕਿਰਪਾ ਵਰਤਾਂਦੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਉੱਤੇ ਨਜ਼ਰ ਭਰ ਕੇ ਦੇਖਿਆ ਉਹ ਸੱਚਮੁੱਚ ਗੁਰੂ ਨੇ ਤਬਦੀਲ ਕਰ ਦਿੱਤੇ। ਬਾਣੀ ਵਿੱਚੋਂ ਇੱਕ ਬਚਨ ਹੋਰ ਕਹਿ ਕੇ ਸਮਾਪਤੀ ਹੈ। ਸੁਖਮਨੀ ਸਾਹਿਬ ਦਾ ਪਤਾ ਗੁਰੂ ਸਾਹਿਬ ਕਿਵੇਂ ਕਿਰਪਾ ਕਰਦੇ ਆ, ਕਿਉਂਕਿ ਹੁਣ ਜੋ ਸਾਨੂੰ ਕਿਹਾ ਜਾਂਦਾ ਸੀ, ਅਸੀਂ ਰਾਣਾ ਜੀ ਗੁਰੂ ਦੀਆਂ ਥਾਵਾਂ ਨੂੰ ਨਾ ਕਈ ਥਾਂ ਤੇ ਕਬਰਾਂ ਬਰਾਬਰ ਲੈ ਆਏ। ਰਾਤ ਮੈਂ ਕਿਹਾ ਮੇਰੀ ਗੱਲ ਨੂੰ ਮਹਿਸੂਸ, ਤੁਸੀਂ ਸੀਸਗੰਜ ਸਾਹਿਬ ਮੱਥਾ ਟੇਕਦੇ ਹੋ ਉੱਤੇ, ਫਿਰ ਥੱਲੇ ਟੇਕਣ ਜਾਂਦੇ ਹੋ ਪਿਛਲੇ ਪਾਸੇ, ਉੱਥੇ ਕਿਉਂ ਟੇਕਨੇ ਜਦੋਂ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ?
थले वो राती कह रहे सन नहीं थले भी भाई साहब स्वरूप रखे है। मैं कहा तुहां डरदिया रखे है, चेते रखियो ना भी रखोगे लोकी स्वरूप नूं मत्था नहीं टेकण जांदे, उस धरती नूं मत्था टेकण जांदे आ जिथे गुरु गोबिंद सिंह दा गुरु तेग बहादुर दा खून डुलिया है। ਉਹਨੂੰ ਤੁਸੀਂ ਤੁਲਨਾ ਦੇਈ ਜੋ ਜੀ ਕਿਤੇ ਸਮਾਧ ਨਾ ਬਣ ਜਾਏ। ਇਹ ਸਾਡੀ ਸੋਚ ਗਲਤ ਹੈ ਨਾ, ਮੇਰੀ ਗੱਲ ਸਮਝ ਗਏ ਨਾ। ਜੇ ਥੱਲੇ ਤੁਸੀਂ ਨਾ ਵੀ ਸਰੂਪ ਰੱਖਿਆ ਹੋਵੇਗਾ, ਹੋ ਸਕਦਾ ਇਸ ਗੱਲ ਦਾ ਬਵਾਲ ਕੋਈ ਪੈਦਾ ਕਰੇ, ਨਹੀਂ ਗੁਰੂ ਜਿੱਥੇ ਚਰਨ ਟਿਕਾ ਦਿੰਦਾ ਹੈ ਇੱਥੇ ਤੇ ਸਰੂਪ ਰੱਖ ਲਾਂਗੇ ਤੇ ਥੱਲੇ ਖੁਈ ਕੋਲ ਕੀ ਕਰੋਗੇ ਜਿੱਥੋਂ ਨਲਕੇ ਤੋਂ ਜਲ ਸਾਰੇ ਲੈਣ ਜਾਂਦੇ। ਜਿੱਥੇ ਗੁਰੂ ਬਹਿ ਜਾਂਦਾ ਪਿਆਰਿਓ ਉਹ ਥਾਂ ਭਾਗਾਂ ਵਾਲੀ ਹੋ ਜਾਂਦੀ, ਉਸ ਥਾਂ ਵਿੱਚ ਗੁਰੂ ਦੀ ਕਿਰਪਾ ਵਰਤਦੀ। ਤੇ ਜਦੋਂ ਕਿਤੇ ਤੁਸੀਂ ਦਾਸ ਨੂੰ ਪਿਛਲੇ 2 ਸਾਲ ਪਹਿਲਾਂ ਰਾਤ ਨੂੰ ਅੱਧੀ ਰਾਤ ਨੂੰ, ਮੈਂ ਚਲੋ ਖੌਮੇ 'ਚ ਨਹੀਂ, ਉਸ ਖੂਹ ਕੋਲ ਬੈਠਣ ਦਾ ਸਮਾਂ ਮਿਲਿਆ, ਕਦੀ ਰਾਤ ਨੂੰ ਇਕਾਂਤ ਵਿੱਚ ਸੁਰਤ ਟਿਕਾ ਕੇ ਖੂਹ ਕੋਲ ਬੈਠਿਓ, ਗੁਰੂ ਤੇਗ ਬਹਾਦਰ ਦੀ ਹਾਜ਼ਰੀ ਤੁਹਾਡੀ ਬੋਡੀ ਤੇ ਅਸਰ ਕਰੇਗੀ। ਇਹ ਅਸੀਂ ਗੁਰੂ ਨੂੰ ਵਿਅਕਤੀ ਨਾ ਕੱਲਾ ਬਣਾਈਏ। ਆ ਪਾਰਲੀਮੈਂਟ ਜੀ, ਆ ਲਾਲ ਕਿਲਾ ਜੀ, ਆ ਸਾਡਾ ਸੀਸਗੰਜ, ਉਹ ਇਹ ਚੀਜ਼ਾਂ ਕੱਲ ਬਣੀਆਂ, ਇਹਨਾਂ ਨੇ ਟੁੱਟ ਜਾਣਾ, ਬਿਨਸ ਜਾਣਾ। ਜਿੱਥੇ ਗੁਰੂ ਬੈਠ ਗਿਆ ਜਿੰਨੀ ਦੇਰ ਤੱਕ ਧਰਤੀ ਰਹੇਗੀ ਉਹਦਾ ਔਰਾ ਕਦੀ ਖਤਮ ਨਹੀਂ ਹੋਣਾ, ਉਹਦੀ ਤਸੀਰ ਕਾਇਮ ਹੀ ਰਹੇਗੀ। ਗੁਰੂ ਹਰਕ੍ਰਿਸ਼ਨ ਸਾਹਿਬ, ਮੈਂ ਬੇਨਤੀ ਕਰਾਂ ਜੀ ਸਮਾਪਤੀ ਤੇ ਇੱਕ ਪਦਾ ਸਿਰਫ ਹੋਰ ਪੜ੍ਹ ਲਓ, ਗੁਰੂ ਕਿਸ ਤਰੀਕੇ ਨਾਲ ਕਿਰਪਾ ਕਰਦਾ ਹੈ। ਸੁਖਮਨੀ ਸਾਹਿਬ ਦਾ ਬਚਨ ਹੈ, ਸਫਲ ਦਰਸ਼ਨ ਪੇਖਤ ਪੁਨੀਤ, ਜਿਹੜਾ ਗੁਰੂ ਦੇ ਦਰਸ਼ਨ ਕਰੇ ਉਹ ਚ ਪਵਿੱਤਰਤਾ ਮਿਲਦੀ ਹੈ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਰੀਤ ਦਾ ਅਰਥ ਹੈ ਜੀਵਨ ਮਰਿਆਦਾ। ਜਿਹੜਾ ਗੁਰੂ ਨੂੰ ਛੂਹ ਲੈ ਉਹਦਾ ਜੀਵਨ ਪਵਿੱਤਰ ਹੋ ਜਾਂਦਾ। ਪਹਿਲਾ ਦਰਸ਼ਨ, ਦੂਜਾ ਪਰਸਨ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਤੀਸਰਾ ਸ਼ਬਦ ਸੰਗਤ ਭੇਟਤ ਸੰਗ ਰਾਮ ਗੁਣ ਰਵੇ। ਜਿਹੜਾ ਗੁਰੂ ਦੀ ਸੰਗਤ ਕਰ ਲੈ ਉਹਦੇ ਅੰਦਰ ਨਾਮ ਚੱਲ ਪੈਂਦਾ। ਬਸ ਗੁਰੂ ਹਰਕ੍ਰਿਸ਼ਨ ਸਾਹਿਬ ਕੀ ਕਰਦੇ ਨੇ, ਉਹਦੇ ਤੇ ਸਮਾਪਤੀ ਕਰਨ ਲੱਗਾ। ਭੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੇ। ਚੌਥੀ ਬਖਸ਼ਿਸ਼ ਸੁਣ ਕਰ ਬਚਨ ਕਰਨ ਆਗਾਨੇ। ਜਿਹੜਾ ਬਚਨ ਸੁਣ ਲੈ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ। ਮਨ ਸੰਤੋਖ ਆਤਮ ਪਤਿਆਨੇ। ਅਗਲਾ ਬਚਨ ਹੈ ਪੂਰਾ ਗੁਰ ਆਖਿਓ ਜਾ ਕਾ ਮੰਤਰ। ਪੂਰਾ ਗੁਰੂ ਜਿਹਦਾ ਮੰਤਰ ਨਾਸ਼ਵਾਨ ਨਹੀਂ, ਅਬਨਾਸ਼ੀ ਹੈ, ਉਹਨੇ ਕਦੀ ਨਾਸ਼ ਨਹੀਂ ਹੋਣਾ। ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਦੋਂ ਗੁਰੂ ਅੰਮ੍ਰਿਤ ਦ੍ਰਿਸ਼ਟੀ ਨਾਲ ਦੇਖੇ ਤੇ ਮੂਰਖ ਝੂਰ ਨੂੰ ਵੀ ਗੁਰੂ ਸੰਤ ਬਣਾ ਦਿੰਦਾ ਹੈ। ਇਹ ਬਾਣੀ ਦੀ ਬਖਸ਼ਿਸ਼ ਹੈ। ਆਓ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਭਾਵਨਾ ਰੱਖਣ ਵਾਲਿਓ, ਇਹ ਕਦੀ ਫੁਰਨਾ ਪੈਦਾ ਹੀ ਨਹੀਂ ਕਰਨਾ। ਮਹਾਰਾਜ ਕਰ ਸਕਦਾ ਕਿ ਨਹੀਂ। ਉੱਥੇ ਕੋੜੀ ਨੂੰ ਲੈ ਆਏ ਪ੍ਰੀਖਿਆ ਕਰਨ ਲਈ, ਪੰਜੋਖਰੇ ਝੂਰ ਨੂੰ ਲੈ ਆਏ ਵੀ ਅਰਥ ਕਰੇਗਾ ਕਿ ਨਹੀਂ। ਜਦੋਂ ਮੇਰੇ ਸਤਿਗੁਰੂ ਦਿੱਲੀ ਆਏ, ਜਿਨੇ ਘਰ ਬਣਾਇਆ, ਮੈਂ ਸ਼ਬਦ ਬੇਨਤੀ ਕਰਾਂ, ਜਿਨੇ ਬੰਗਲੇ 'ਚ ਮਹਾਰਾਜ ਨੂੰ ਸੇਵਾ ਕਰਨੀ ਸੀ, ਉਹ ਘਰ ਦੀ ਘਰ ਵਾਲੀ ਹੀ ਸ਼ੱਕ ਕਰ ਬਈ ਕਿੱਡੀ ਬਦਕਿਸਮਤੀ ਹੋਵੇਗੀ ਓਏ, ਗੁਰੂ ਹਰਕ੍ਰਿਸ਼ਨ ਸਾਹਿਬ ਆ ਰਹੇ ਨੇ, ਉਹ ਗੋਲੀਆਂ ਵਾਲੇ ਕੱਪੜੇ ਪਾ ਕੇ ਬੈਠੀ ਹੈ, ਮੈਨੂੰ ਵੇਖਾਂਗੇ, ਮੈਨੂੰ ਪਰਖ ਲੈਂਦੇ ਨੇ ਕਿ ਨਹੀਂ ਕਮਲੀਏ। ਚਲੋ ਮੈਂ ਸ਼ਬਦ ਵਰਤਿਆ, ਦਾਤਾ ਦੀਨ ਦੁਨੀਆ ਦਾ ਰਿਹਾ, ਤੂੰ ਪਰਖਣ ਦੀ ਥਾਂ ਤੇ ਚਰਨ ਕਿਉਂ ਨਾ ਚੁੰਮ ਲੈ। ਪਰ ਬਿਲਕੁਲ ਨਹੀਂ ਉਹ ਪਹਿਲਾਂ ਮਿਲੀ। ਉਹਨੇ ਗੋਲੀਆਂ ਵਾਲੇ ਕੱਪੜੇ ਪਾ ਲਏ, ਗੋਲੀਆਂ ਨੂੰ ਪਟਰਾਣੀਆਂ ਵਾਲੇ ਪਵਾ ਲਏ। ਸਮਾਪਤੀ ਤੇ ਸਿਰਫ ਜੀ ਮਹਾਰਾਜ ਇੱਕ ਇੱਕ ਦੇ ਕੋਲੋਂ ਲੰਘੇ ਤੇ ਸਤਿਗੁਰੂ ਅੰਤਲੇ ਸਮੇਂ ਤੱਕ ਆਪਣੇ ਹੱਥ ਚੋਂ ਛੜੀ ਨਹੀਂ ਛੱਡੀ। ਜਿੰਨੀਆਂ ਗੋਲੀਆਂ ਸਨ ਜਾਂ ਨੌਕਰਾਨੀਆਂ ਸ਼ਬਦ ਵਰਤਾਂ, ਇੱਕ ਇੱਕ ਦੇ ਸਿਰ ਤੇ ਰੱਖਿਆ, ਤੂੰ ਵੀ ਰਾਣੀ ਨਹੀਂ, ਤੂੰ ਵੀ ਪਟਰਾਣੀ ਨਹੀਂ, ਤੂੰ ਵੀ ਪਟਰਾਣੀ ਨਹੀਂ। ਜਦੋਂ ਪਟਰਾਣੀ ਆਈ, ਕੱਪੜੇ ਮੈਲੇ ਕੁਚੈਲੇ ਪਾ ਕੇ ਬੈਠੀ, ਵਾਲ ਖਿਲਰੇ ਜੇ, ਗੋਦ ਵਿੱਚ ਬੈਠ ਗਏ। ਕਹਿਓ ਨੇ ਪਟਰਾਣੀ ਪੂਰਬਲੇ ਕਰਮਾਂ ਕਰਕੇ ਰਾਜ ਭਾਗ ਮਿਲਿਆ, ਗੁਰੂ ਨਾਨਕ ਦੇ ਘਰ ਦੀ ਪ੍ਰੀਖਿਆ ਲੈਣ ਲੱਗੀ ਏ, ਤੇਰੀ ਝੋਲੀ ਨੂੰ ਭਾਗ ਕਿੱਥੇ ਲੱਗਣਾ ਹੈ। ਇਹ ਸ਼ਬਦ ਨੇ ਜੀ, ਵੀ ਤੂੰ ਗੁਰੂ ਦੀ ਪ੍ਰੀਖਿਆ ਲੈਣ ਲੱਗੀ ਏ। ਮੈਂ ਰਾਤ ਵੀ ਕਿਹਾ, ਕਦੀ ਆ ਵੀ ਤੇ ਪ੍ਰੀਖਿਆ ਨਾ, ਅਸੀਂ ਇੰਨੇ ਦਿਨ ਸੀਸਗੰਜ ਆਵਾਂਗੇ ਜਿਸੇ ਸਾਡਾ ਇੰਨਾ ਕੰਮ ਕਰ ਦੇਗਾ। ਇਹ ਕਾਹਦੀ ਪ੍ਰੀਖਿਆ ਜੀ। हे ਸਤਿਗੁਰੂ ਤੂੰ ਕਿਰਪਾ ਕਰ। ਮਹਾਰਾਜ ਨੇ ਇੰਨੇ ਸ਼ਬਦ ਕਹੇ ਕਿ ਰਾਣੀ ਤੈਨੂੰ ਰੱਬ ਨੇ ਰਾਜ ਭਾਗ ਦਿੱਤਾ। ਪਿਆਰਿਓ, ਉਸ ਭਾਵਨਾ ਵਾਲੀ ਨੇ ਫਿਰ ਚਰਨ ਫੜ ਲਏ, ਮਹਾਰਾਜ ਦੇ ਚਰਨ। ਮਹਾਰਾਜ ਗੋਦੀ 'ਚ ਬੈਠੇ, ਉਹਨੇ ਚਰਨ ਘੁੱਟ ਕੇ ਪਕੜ ਲਏ।
ਆਹ ਗੱਲ ਬੰਗਲਾ ਸਾਹਿਬ ਮਹਾਰਾਜ ਨੇ ਦਿੱਲੀ ਵੜਦਿਆਂ ਸਾਰ ਪਹਿਲੀ ਗੱਲ ਜਿਹੜੀ ਕਹੀ ਉਹ ਇਹ ਕਹੀ ਸੀ, ਰਾਣੀ ਤੇ ਰਾਜੇ ਨੂੰ, ਜਿਨ੍ਹਾਂ ਬੰਦਿਆਂ ਨੂੰ ਗੁਰੂ ਤੇ ਭਰੋਸਾ ਹੋਵੇਗਾ, ਗੁਰੂ ਉਹਨਾਂ ਦੇ ਨਾਨਕ ਪਾਤਸ਼ਾਹ ਅੰਗ ਸੰਗ ਹੋਵੇਗਾ, ਜਿਹੜੇ ਬੇਪਰਤੀਤੇ ਹੋ ਜਾਣਗੇ ਉਹ ਕੋਲ ਬੈਠੇ ਵੀ ਖਾਲੀ ਚਲੇ ਜਾਣਗੇ। ਇਹ ਕਵੀ ਸੰਤੋਖ ਸਿੰਘ ਦੇ ਸ਼ਬਦ ਨੇ। ਕਹਿਣ ਲੱਗੇ, ਦ੍ਰਿੜ ਨਿਸ਼ਚਾ ਨਿਤ ਚਿਤ ਜਿਨ ਕੈ। ਇਹੀ ਬਚਨ ਸਿਰਫ ਦੋ ਮਾਰੇ ਨੇ। ਪਹਿਲਾ ਬਚਨ ਦਿੱਲੀ ਆ ਕੇ ਕੀ ਕਿਹਾ, ਦ੍ਰਿੜ ਨਿਸ਼ਚਾ ਚਿਤ ਜਿਨ ਜਿਨ ਕੈ, ਗੁਰੂ ਨਾਨਕ ਸੁਖਦਾਇਕ ਤਿਨ ਕੈ। ਜਿਨ੍ਹਾਂ ਨੂੰ ਭਰੋਸਾ ਹੈ ਗੁਰੂ ਨਾਨਕ ਸਾਹਿਬ ਉਹਨਾਂ ਦੇ ਅੰਗ ਸੰਗ ਹੈ। ਮੈਂ ਸਿਰਫ ਅੱਜ ਇੰਨੀ ਕੁ ਬੇਨਤੀ ਤੁਹਾਨੂੰ ਕਰਨੀ ਹੈ ਪਿਆਰਿਓ, ਦੇਖੋ ਉਸ ਬਾਲਾ ਪ੍ਰੀਤਮ ਦੇ ਦਰ ਤੇ ਅੱਜ ਵੀ ਬਖਸ਼ਿਸ਼ ਵਰਦੀ ਹੈ। ਉੱਥੇ ਅੱਜ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੋਂ ਸੰਗਤਾਂ ਝੋਲੀਆਂ ਭਰ ਕੇ ਜਾਂਦੀਆਂ ਨੇ। ਇਸ ਵਿਸ਼ੇ 'ਚ ਵੀ ਗੁੰਗੇ ਤੋਂ ਅਰਥ ਕਰਾਏ ਜੀ, ਰਾਣੀ ਦਾ ਆ ਹੋਇਆ ਜੀ, ਇਹ ਕਿਵੇਂ ਹੋ ਸਕਦਾ ਜੀ। ਮੈਂ ਰਾਤ ਵੀ ਕਿਹਾ ਸੀ, ਇਹ ਜਿਹੜਾ ਕੰਮ ਦਵਾਈਆਂ ਕਰਨਾ ਜੀ ਉਹ ਦ੍ਰਿਸ਼ਟੀ ਕਰਦਾ ਹੈਗੀ। ਮੈਂ ਕਿਹਾ ਇੱਥੇ ਮੈਡੀਕਲ ਦੇ ਸਟੋਰ ਭਰੇ ਪਿਆ, ਬੰਦਾ ਧੱਕੇ ਨਾਲ ਮਰ ਜਾਂਦਾ। ਜੇ ਉਹਨੇ ਬਖਸ਼ਿਸ਼ ਕਰਦਾ ਤੇ ਟੁੱਟੀ ਹੋਈ ਵੀ ਗੰਢ ਲੈਂਦਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ। ਦਾਸ ਵੱਲੋਂ ਆਪ ਸਮੂਹ ਸੰਗਤ ਦਾ, ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਚਲੋ ਪ੍ਰਚਾਰਕ ਦਾ ਕੰਮ ਹੈ, ਕਈ ਜਣਾ ਆ ਵੀ ਕਰਿਓ ਆ ਵੀ ਕਰਿਓ, ਪਰ ਮੈਂ ਬੇਨਤੀ ਕਰਾਂਗੇ ਆਪਾਂ ਰਲ ਕੇ ਕਰ ਲਈਏ। ਸਾਰੇ ਜਿਨ੍ਹਾਂ ਇਤਿਕਰਾਂ ਕਦੀ ਪਾਠ ਨਹੀਂ ਕੀਤਾ, ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਨਿਤਨੇਮ ਬਾਣੀ। ਸਤਿਗੁਰੂ ਕਿਰਪਾ ਕਰੇ ਸਾਡੀ ਆਸਥਾ ਕਦੀ ਡੋਲੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।